BTV ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਬ੍ਰਾਈਟ ਵੇਜ਼ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਬ੍ਰਾਈਟ ਐਂਡ ਬਿਊਟੀਫੁਲ ਮਾਰਨਿੰਗ ਹੈ ਔਰ ਜਿਹੜਾ ਵੀਕਐਂਡ ਹੈ ਉਹ ਬਿਲਕੁਲ ਸਟੈਂਪੀਡ ਸਪਿਰਿਟ ਦੇ ਨਾਲ ਤੁਸੀਂ ਸਾਰਿਆਂ ਨੇ ਬਿਤਾਇਆ ਹੋਵੇਗਾ ਔਰ ਇਸ ਵੀਕ ਵੀ ਅਸੀਂ ਪੂਰੇ ਉਸੇ ਸਪਿਰਿਟ ਦੇ ਨਾਲ ਅੱਗੇ ਚੱਲਦੇ ਰਵਾਂਗੇ ਕਿਉਂਕਿ ਕੈਲਗਰੀ ਦੇ ਵਿੱਚ ਦ ਗ੍ਰੇਟੈਸਟ ਸ਼ੋਅ ਆਊਟਡੋਰ ਸ਼ੋਅ ਔਨ ਦੀ ਅਰਥ ਜਿਹੜੇ ਹੈ ਉਸਦੀ ਸ਼ੁਰੂਆਤ ਹੋ ਗਈ ਹੈ ਪਿਛਲੇ ਵੀਕਐਂਡ ਤੋਂ ਕਹਿ ਲਓ। और उस तो बाद जी स्पिरिट है कैलगेरियंस दी स्पैशली एल्बर्टन्स दी वो स्काई हाई है और उस स्पिरिट दे विच रंगे हुए स्ट्राइप शर्ट दे विच अज पहुंचे ने मेरे कोल साडे खबरां दे एक्सपर्ट सीनियर पत्रकार सुरेतम सिंह राय साहब। सब तो पहला उन्हां दा वेलकम कर लैंदे आ भाजी। वेलकम है। सत श्री अकाल जी शवि जी। सत श्री अकाल। धन्नवाद तुहाडा दोबारा इजाजत देण दा स्टूडियो आउण दा। मैनूं लगदा तुसीं ना 3 दिनां बाद तुसीं भी अक जांदे आ भी हुण तुसीं जाओ। ਇਹ ਨਾ ਅਦਰ ਵੇ ਰਾਉਂਡ ਹੈ। 3 ਦਿਨਾਂ ਬਾਅਦ ਤੁਸੀਂ ਕਹਿੰਦੇ ਹੋ ਕਿਤੇ 4 ਦੀਵਾਰੀ 'ਚ ਮੈਨੂੰ ਬਿਠਾਇਆ ਮੈਂ ਚੱਲਾਂ ਕਲੋਨਾ ਤੇ ਉੱਥੋਂ ਪ੍ਰੋਗਰਾਮ ਕਰਾਂ ਵਧੀਆ ਉੱਥੇ ਹੌਲੀਡੇ ਸਪਿਰਿਟ ਦੇ ਵਿੱਚ। ਪਰ ਜਦੋਂ ਇੱਥੇ ਸਪਿਰਿਟ ਸ਼ੁਰੂ ਹੋਈ ਤੁਸੀਂ ਨਾਲ ਦੇ ਨਾਲ ਇੱਥੇ ਪਹੁੰਚ ਗਏ। ਹਾਂ ਬਿਲਕੁਲ ਦੇਖ ਲਓ ਸਟੈਂਪੀਡ ਦੇ ਸਪਿਰਿਟ ਦੇ ਵਿੱਚ ਪਹੁੰਚ ਗਏ। ਅੱਜ ਚੌਥਾ ਦਿਨ ਹੋ ਗਿਆ ਔਰ ਬੜਾ ਵਧੀਆ ਮੌਸਮ ਜਿਹੜਾ ਉਹ ਬੜਾ ਵਧੀਆ, ਬਹੁਤ ਵਧੀਆ। ਪੂਰੀ ਗਰਮੀ ਹੈ। ਹਾਂ ਹੀਟ ਵੇਵ ਜ਼ਰੂਰ ਕਹਿ ਦਿੰਦੇ ਆ ਪਰ ਮੈਨੂੰ ਲੱਗਦਾ ਹੈ ਕਿ ਜੋ ਫਿਰ ਠੰਡ ਹੁੰਦੀ ਅਸੀਂ ਫੇਰ ਕੰਪਲੇਂਟ ਕਰਦੇ ਹਾਂ। ਬਿਲਕੁਲ। ਸੋ ਆ ਜਿਹੜਾ ਮੌਸਮ ਹੈ ਇਸ ਦੇ ਵਿੱਚ ਪੂਰੇ ਆਪਣਾ ਇੰਤਜ਼ਾਮ ਕਰਦੇ ਹੋਏ ਸਾਰੇ ਪ੍ਰੀਕਾਸ਼ਨ ਲੈਂਦੇ ਹੋਏ ਲੋਕੀ ਸਟੈਂਪੀਡ ਦਾ ਮਜ਼ਾ ਲੈ ਰਹੇ ਨੇ। ਤੁਸੀਂ ਹੋ ਕੇ ਜਾ ਕੇ ਆਏ ਨਹੀਂ ਆਏ? ਨਹੀਂ ਜੀ ਮੈਂ ਨਹੀਂ ਗਏ ਜੀ। ਕੱਲ ਤੁਸੀਂ ਬਾਰਬੀਕਿਊ ਤੋਂ ਜ਼ਰੂਰ ਗਏ ਸੀਗੇ ਉੱਥੇ ਆਪਣਾ ਜਿਹੜਾ ਕੈਲਗਰੀ ਵੈਸਟ ਬਾਈ ਫਰਨੀਚਰ ਨੇ ਕਰਾਇਆ ਸੀ। ਹਾਂ ਉੱਥੇ ਜ਼ਰੂਰ ਗਏ ਸੀਗੇ ਪਰ ਸਟੈਂਪੀਡ ਨਹੀਂ ਗਏ। ਬ੍ਰੇਕਫਾਸਟ ਨਹੀਂ ਕੀਤਾ, ਬਾਰਬੀਕਿਊ ਹੀ ਖਾਦਾ ਹੈ। ਹਾਂ ਦੂਜੀ ਗੱਲ ਜੇ ਆਪਾਂ ਗੱਲ ਕਰਦੇ ਆ ਗਰਮੀ ਦੀ। ਹਾਂਜੀ। ਇਨਸਾਨ ਹੈ ਨਾ ਜਿਹੜਾ ਜੀ ਉਹ ਕਦੇ ਖੁਸ਼ ਨਹੀਂ ਹੁੰਦਾ। ਜੇ ਗਰਮੀ ਹੋ ਗਈ ਤਾਂ ਬਹੁਤ ਗਰਮੀ ਹੋ ਗਈ, ਜਦੋਂ ਠੰਡ ਹੋ ਗਈ ਫਿਰ ਬਹੁਤ ਠੰਡ ਹੋ ਗਈ, ਜੇ ਮੀਂਹ ਪੈਣ ਲੱਗ ਗਿਆ ਤਾਂ ਬਹੁਤ ਮੀਂਹ ਪਈ ਜਾਂਦਾ। ਮੀਂਹ ਬੰਦ ਨਹੀਂ ਹੁੰਦਾ ਜੀ। ਹਾਂਜੀ ਹਾਂ ਰਾਈਟ। ਅਸੀਂ ਕੁਛ ਨਾ ਕੁਛ ਨੁਕਸ ਕੱਢੀ ਜਾਣੇ ਆ। ਬਿਲਕੁਲ। ਉਹ ਜੇ ਬਿਲਕੁਲ ਨਾਰਮਲ ਜਿਹਾ ਮੌਸਮ ਹੁੰਦਾ ਹੈ ਅਸੀਂ ਕਹਿੰਦੇ ਹਵਾ ਹੀ ਨਹੀਂ ਹੈਗੀ, ਕੁਛ ਹੈ ਹੀ ਨਹੀਂ, ਕੋਈ ਰੌਣਕ ਹੀ ਨਹੀਂ ਹੈ। ਸੋ ਮੈਨੂੰ ਲੱਗਦਾ ਇੱਕ ਵਧੀਆ ਮੌਸਮ ਦੇ ਵਿੱਚ ਲੰਘੇ ਵੀਕਐਂਡ ਦੇ ਵਿੱਚ ਸਾਡੀ ਟੀਮ ਵੀ ਬਹੁਤ ਬਿਜ਼ੀ ਰਹੀ ਜਿੱਥੇ ਸਟੈਂਪੀਡ ਦੀ ਸ਼ੁਰੂਆਤ ਦੇ ਨਾਲ ਵੱਡੀ ਸ਼ਖਸੀਅਤਾਂ ਜਿਹੜੀਆਂ ਨੇ ਕੈਲਗਰੀ ਸ਼ਹਿਰ ਦੇ ਵੱਲ ਆਈਆਂ ਔਰ ਉਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਪਹੁੰਚੇ ਸਟੈਂਪੀਡ ਬ੍ਰੇਕਫਾਸਟ ਤੇ, ਜੋ ਕਿ ਕਰਵਾਇਆ ਗਿਆ ਜੀ ਪ੍ਰੇਰੀ ਵਿੰਡ ਦੇ ਨਾਲ ਜਿਹੜਾ ਮਸਜਿਦ ਹੈ ਉਹਨਾਂ ਦੀ ਪਾਰਕਿੰਗ ਦੇ ਵਿੱਚ। ਔਰ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਜੀ। ਅਸੀਂ ਉੱਥੇ ਗਏ ਔਰ ਉੱਥੇ ਪ੍ਰਧਾਨ ਮੰਤਰੀ ਸਾਹਿਬ ਆਏ। MP ਜਾਰਜ ਚਾਹਲ ਸਾਹਿਬ ਵੱਲੋਂ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਾਇਆ ਗਿਆ। ਇੱਕ ਸਰਪ੍ਰਾਈਜ਼ ਕਿਹਾ ਜਾ ਰਿਹਾ ਸੀ ਕਿ ਤੁਸੀਂ ਪ੍ਰਧਾਨ ਮੰਤਰੀ ਨਾਲ ਮੀਟ ਐਂਡ ਗ੍ਰੀਟ ਕਰ ਸਕਦੇ ਹੋ। ਬਹੁਤ ਲੋਕਾਂ ਨੇ ਸੈਲਫੀਆਂ ਖਿਚਾਈਆਂ ਤੇ ਫੋਟੋਆਂ ਖਿਚਾਈਆਂ, ਗੱਲਬਾਤ ਵੀ ਕੀਤੀ ਉਹਨਾਂ ਨੇ, ਪੈਨਕੇਕ ਵੀ ਫਲਿਪ ਜੇ ਕੀਤੇ। ਬਹੁਤ ਵਧੀਆ ਡਰਾਮਾ ਜਿਹਾ ਕਰਿਆ ਥੋੜੀ ਦੇਰ ਲਈ ਕੀਤਾ, ਫਿਰ ਉਸ ਤੋਂ ਬਾਅਦ ਉਹ ਗੱਡੀ 'ਚ ਬਹਿ ਕੇ ਚਲੇ ਗਏ ਜੀ। ਬਟ ਸਪੀਚ ਬੜੀ ਸੋਹਣੀ ਸੀਗੀ। ਅਸੀਂ ਸਭ ਤੋਂ ਪਹਿਲਾਂ ਤੇ ਸਪੀਚ ਦਾ ਥੋੜਾ ਜਿਹੜਾ ਪਾਰਟ ਹੈ ਉਹ ਸੁਣ ਲੈਂਦੇ ਹਾਂ। ਠੀਕ। Hello everyone. Hello. It's so great to be back in Calgary for Stampede. So great to see all of you out here today. I want to thank the Baikonur Mosque for hosting the Stampede breakfast and for all your extraordinary leadership in the community. It is truly a privilege and an honor to be here today with you all to celebrate Stampede, but also celebrate the extraordinary impacts on the larger community that the Ahmadiyya community continually has. Your message of love for all, hatred for none is a message the world is in dire need of right now, and everything you do to reach out across communities to build hope and positivity is incredibly touching. I am really happy to be here with so many members of our political team, of our Liberal family, especially George Chahal, who is the co-host. You know, George is an incredible voice for Calgarians as part of our government and our party. But the reality is, George needs reinforcements, and I really much hope over the coming years we're going to elect more members of Parliament from the Liberal Party from Alberta, and I know this community will be a really important part. So speech to baad जॉर्ज चाहल साहब ने भी
ਗੱਲਾਂ ਬਾਤਾਂ ਕੀਤੀਆਂ। ਸੋ ਜਿਹੜਾ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਰਿਹਾ। ਉਸ ਤੋਂ ਬਾਅਦ ਅਸੀਂ ਲੀਡਰ ਆਫ ਦੀ ਆਫੀਸ਼ੀਅਲ ਓਪੋਜੀਸ਼ਨ ਪੇਰੇ ਪੋਲੀਵਰ ਸਾਹਿਬ ਦੇ ਪ੍ਰੋਗਰਾਮ ਤੇ ਵੀ ਗਏ, ਜਿਹੜੇ ਕਿ MP ਜਸਰਾਜ ਹੱਲਨ ਸਾਹਿਬ ਨੇ ਕੀਤਾ ਸੀਗਾ ਆਰਗੇਨਾਈਜ਼। ਔਰ ਉੱਥੇ ਭਾਈ ਜਨਤਾ ਜਿਹੜੀ ਸੀ, ਮੈਨੂੰ ਲੱਗਦਾ ਮਾਰਬਲ ਮਾਲ ਦੀ ਪਾਰਕਿੰਗ ਸੀ, ਇੰਨੀ ਜਨਤਾ ਮੈਨੂੰ ਲੱਗਦਾ ਕੋਈ ਬਹੁਤ ਘੱਟ ਹੋਇਆ। ਸਟੈਂਪੀਡ ਗਰਾਊਂਡ 'ਚ ਦੇਖੀ ਹੋਊਗੀ ਜਿੰਨੇ ਉੱਥੇ ਲੋਕੀ ਉਹਨਾਂ ਨੂੰ ਮਿਲਣ ਆਏ ਸੀਗੇ, ਦੇਖਣ ਆਏ ਸੀਗੇ। ਬਹੁਤ ਵਧੀਆ। ਔਰ ਉਹਨਾਂ ਦੀ ਸਪੀਚ ਵੀ ਬੜੀ ਦਮਦਾਰ ਰਹੀ। ਔਰ ਉਹਨਾਂ ਨੇ ਕੈਲਗਰੀ ਬਾਰੇ ਇਹ ਵੀ ਕਿਹਾ ਕਿ ਮੈਂ ਤਾਂ ਆਪਣੀ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਕੈਲਗਰੀ ਦੀ ਸਟੈਂਪੀਡ ਦੇ ਵਿੱਚ ਹੀ ਸ਼ੁਰੂਆਤ ਕੀਤੀ ਸੀ, ਪਹਿਲੀ ਜੌਬ ਉੱਥੇ ਸੀ। ਔਰ ਕਹਿੰਦੇ ਉੱਥੇ ਮੈਂ ਗਾਰਬੇਜ ਚੱਕਦਾ ਸੀ, ਸੋ ਕਹਿੰਦੇ ਨੇ ਹੁਣ ਗਾਰਬੇਜ ਸਾਫ਼ ਕਰਦਾ ਸੀ, ਤਾਂ ਸਫਾਈ ਕਰਦਾ ਸੀ। ਸੋ ਕਹਿੰਦੇ ਨੇ ਹੁਣ ਸ਼ਾਇਦ ਸਫਾਈ ਦੀ ਪੂਰੀ ਲੋੜ ਹੈ, ਤੇ ਮੈਂ ਫਿਰ ਹੁਣ ਪੋਲੀਟਿਕਸ ਦੇ ਵਿੱਚ ਆ ਕੇ ਹੋ ਸਕਦਾ ਹੋਰ ਸਫਾਈ ਕਰਨੀ ਹੈ। ਲੋਕਾਂ ਨੇ ਉਹਨਾਂ ਦੀ ਸਪੀਚ ਦੇ ਬੜੀ ਤਾੜੀਆਂ ਮਾਰੀਆਂ। ਸੋ ਉਹ ਸਪੀਚ ਦੀਆਂ ਝਲਕੀਆਂ ਵੀ ਥੋੜੀ ਜਿਹੀ ਤੁਹਾਨੂੰ ਦਿਖਾ ਦਿੰਦੇ ਆ ਜੀ। After 8 years of Trudeau, that's not the country we see. Life costs more, work doesn't pay, housing costs have doubled, crime, chaos, drugs, and disorder are common in our streets, and our freedom is under attack with a Prime Minister who divides to distract from all that he's done wrong. But ladies and gentlemen, we're going to turn the hope that he has caused, we're going to turn the hurt that he has caused into the hope that Canadians need. We're going to rely on the common sense of the common people. We'll bring home lower prices by axing the carbon tax. We will bring home powerful paychecks with lower income tax that reward hard work. And speaking of powerful paychecks, we're going to bring home our oil and gas and resource sector back to this country again. We'll repeal the No New Pipelines law that Justin Trudeau passed. We'll stop importing overseas dictator oil. We'll mine the resources in this part of the country. We'll liquefy the natural gas. We'll turn dollars for dictators into paychecks for our people in this country again. ਸੋ ਭਾਜੀ ਸਟੈਂਪੀਡ ਦੇ ਵਿੱਚ ਉਹਨੂੰ ਵੱਡੇ ਵੱਡੇ ਬੰਦੇ ਤਾਂ ਪਹੁੰਚ ਗਏ। ਅਸੀਂ ਵੀ ਚੱਲੀਏ ਹੁਣ, ਅਸੀਂ ਕਿਹੜਾ ਘੱਟ ਆ ਕਿਸੇ ਨੂੰ, ਜਾਵਾਂਗੇ। ਹਲੇ ਆਪਣੇ ਕੋਲ 6 ਦਿਨ ਹੋ ਰਹੇ ਪਏ ਨੇ, ਜਾ ਕੇ ਅਸੀਂ ਜ਼ਰੂਰ ਕਵਰ ਕਰਕੇ ਆਵਾਂਗੇ। ਪਰ ਰੋਜ਼ ਦੇ ਰੋਜ਼ ਐਵਰੀਡੇ ਦੇ ਜਿਹੜੇ ਪ੍ਰੋਗਰਾਮਸ ਹੋ ਰਹੇ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੱਲ ਸ਼ਾਮ ਨੂੰ ਇੱਕ ਮੇਲਾ ਹੋਇਆ ਸੀ, ਪੰਜਾਬੀ ਮੇਲਾ, ਪੰਜਾਬੀ ਸਟਾਈਲ ਸਟੈਂਪੀਡ ਮੇਲਾ। ਉਸ ਦੇ ਵਿੱਚ ਬੜੇ ਸਿੰਗਰਸ ਪਹੁੰਚੇ, ਹੂਜ਼ ਹੂ ਆਫ ਕੈਲਗਰੀ ਪਹੁੰਚੇ, ਕੈਲਗਰੀ ਬੈਸਟ ਬਾਈ ਫਰਨੀਚਰ ਤੇ ਕਰਾਇਆ ਗਿਆ। ਔਰ ਉਸ ਤੋਂ ਬਾਅਦ ਐਵਰੀਡੇ ਅੱਜ ਵੀ ਅਸੀਂ ਥੋੜੀ ਦੇਰ ਤੱਕ ਇੱਕ ਸਟੈਂਪੀਡ ਬ੍ਰੇਕਫਾਸਟ ਤੇ ਚੱਲੇ ਹਾਂ। ਸੋ ਮੈਨੂੰ ਲੱਗਦਾ ਭਾਜੀ ਹੁਣ ਵੇਟ ਵੱਧ ਜਾਣਾ ਜੀ, ਕਦੀ ਬ੍ਰੇਕਫਾਸਟ ਤੇ ਕਦੀ ਬਾਰਬੀਕਿਊ ਖਾ ਕੇ। ਦੇਖੋ ਭਾਰ ਤਾਂ ਵੱਧਦਾ ਘਟਦਾ ਹੀ ਰਹਿੰਦਾ। ਇਨਸਾਨ ਆ ਜਿਹੜਾ ਕਦੇ ਖਾ ਵੀ ਲੈਂਦਾ, ਕਦੇ ਪੀ ਵੀ ਲੈਂਦਾ, ਕਦੇ ਜ਼ਿਆਦਾ ਵੀ ਖਾ ਲੈਂਦਾ, ਥੋੜੀ ਵੀ ਖਾ ਲੈਂਦਾ ਜੀ। ਉਹਦੇ ਨਾਲ ਦੀ ਨਾਲ ਬੈਲੈਂਸ ਵੀ ਚਾਹੀਦਾ। ਹੁਣ ਤੁਸੀਂ ਇਉਂ ਨਾ ਕਰੋ ਵੀ ਜੇ ਤੁਹਾਨੂੰ ਬ੍ਰੇਕਫਾਸਟ ਵੀ ਫ੍ਰੀ ਆ ਤੇ ਬਾਰਬੀਕਿਊ ਵੀ ਫ੍ਰੀ ਆ ਵੀ ਉੱਥੋਂ ਖਾਈ ਜਾਣ। ਸਹੀ ਗੱਲ ਹੈ, ਉਹਨਾਂ ਕੁ ਖਾਓ ਨਾ ਵੀ ਜਿੰਨਾ ਜ਼ਰੂਰਤ ਹੈ। ਬਿਲਕੁਲ ਸਹੀ ਗੱਲ ਹੈ ਜੀ। ਸੋ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਜਿਹੜੇ ਇਵੈਂਟਸ ਹੋਏ ਉਹਨਾਂ ਦੀ ਝਲਕੀਆਂ ਤੁਹਾਨੂੰ ਜ਼ਰੂਰ ਦਿਖਾਈਆਂ। ਔਰ ਜਿਹੜੀ ਓਪਨਿੰਗ ਵੀ ਹੋਈ ਸੀ, ਓਪਨਿੰਗ ਸੈਰੇਮਨੀ, ਉਸ ਪ੍ਰੋਗਰਾਮ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ। ਸੋ ਭਾਈ ਜਿਹੜਾ ਸਟੈਂਪੀਡ ਦੀਆਂ ਗੱਲਾਂ ਨੇ, ਸਟੈਂਪੀਡ ਦੀਆਂ ਜਿਹੜੀਆਂ ਖਬਰਾਂ ਨੇ, ਇਹ ਤਾਂ ਰੋਜ਼ ਰੋਜ਼ ਅਸੀਂ ਅਪਡੇਟ ਕਰਦੇ ਰਵਾਂਗੇ। ਪਰ ਅੱਜ ਥਾਟ ਆਫ ਦਾ ਡੇ ਰਹਿ ਗਿਆ ਕਿਤੇ। ਹਾਂ ਬਿਲਕੁਲ, ਉਹ ਗਵਾਚ ਗਿਆ। ਪਰ ਆਪਾਂ ਜਾਣ ਨਹੀਂ ਦੇਣਾ ਕਿਤੇ। ਮੈਨੂੰ ਲੱਗਦਾ ਨਾ ਤੁਹਾਨੂੰ ਉਹ ਤੇਜ਼ੀ ਸੀਗੀ ਵੀ ਜਿਹੜੀ ਬ੍ਰੇਕਫਾਸਟ ਤੇ ਬਾਰਬੀਕਿਊ ਦੀ ਗੱਲ ਕਰ, ਉਹਦੀ ਗੱਲਬਾਤ ਦੱਸਦੀ ਪਹਿਲਾਂ। ਅਸੀਂ ਕਿਤੇ ਜਾ ਕੇ ਆਏ, ਕਿਤੇ ਚੱਲੇ ਆ ਜੀ। ਥਾਟ ਆਫ ਦਾ ਡੇ ਹੈਗਾ ਜੀ ਇਨਸਾਨ ਕਹਿੰਦਾ, ਹਰੇਕ ਇਨਸਾਨ ਕਹਿੰਦਾ ਜੀ, ਹਰੇਕ ਤਾਂ ਨਹੀਂ ਕਹਿ ਸਕਦੇ, ਬਹੁਤੇ ਕਹਿੰਦੇ ਆ ਪੈਸਾ ਆਵੇ ਤਾਂ ਅਸੀਂ ਕੁਛ ਕਰਕੇ ਦਿਖਾਈਏ। ਉਹ ਕਹਿੰਦਾ ਵੀ ਪੈਸਾ ਆਵੇ ਤਾਂ ਅਸੀਂ ਕੁਛ ਕਰਕੇ ਦਿਖਾਈਏ ਜੀ। ਪੈਸਾ ਕਹਿੰਦਾ ਵੀ ਕੁਛ ਕਰਕੇ ਦਿਖਾ ਤਾਂ ਮੈਂ ਤੇਰੇ ਕੋਲ ਆਇਆ। ਕੀ ਬਾਤ ਹੈ, ਵਾਕਈ ਜੀ ਸਹੀ ਗੱਲ ਹੈ। ਇਹ ਹਮੇਸ਼ਾ ਸੋਚਦੇ ਰਹਿੰਦੇ ਆ ਕਿ ਸ਼ਾਇਦ ਪੈਸਾ ਆਵੇਗਾ ਤਾਂ ਸ਼ਾਇਦ ਅਸੀਂ ਪੈਸੇ ਨੂੰ ਵੀ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਪੈਸੇ ਆ ਗਿਆ। ਉਹ ਲੱਗ ਜਾਂਦਾ ਜੀ। ਪੈਸਾ ਬੜੀ ਕਮਾਲ ਦੀ ਚੀਜ਼ ਹੈ ਭਾਜੀ, ਕਿਹਦੀ ਜੇਬ 'ਚ ਹੈ ਉਹ ਕੀ ਕਰ ਸਕਦਾ ਹੈ। ਬਿਲਕੁਲ, ਮੈਨੂੰ ਲੱਗਦਾ ਕਿ ਪੈਸਾ ਵੀ ਇੱਕ ਐਡਿਕਸ਼ਨ ਹੈ ਇੱਕ ਤਰ੍ਹਾਂ ਤੋਂ। ਪਰ ਉਹੀ ਗੱਲ ਹੈ, ਜੇਬ 'ਚ ਜਿਹੜਾ ਪਾਇਆ ਹੁੰਦਾ ਨਾ ਉਹ ਹੋਰ ਖਿੱਚ ਲੈਂਦਾ, ਮੈਨੂੰ ਲੱਗਦਾ ਬਾਕੀ ਦੀਆਂ ਜੇਬਾਂ 'ਚੋਂ ਵੀ ਖਿੱਚ ਲੈਂਦਾ।
ਪਰ ਜਿਹੜੀ ਮਿਹਨਤ ਹੈ ਉਹੀ ਮਿਹਨਤ ਵਾਲੀ ਗੱਲ ਤਾਂ ਜੋ ਤੁਸੀਂ ਫਰਾਈਡੇ ਨੂੰ ਵੀ ਗੱਲ ਕੀਤੀ ਸੀ ਹਾਂਜੀ ਕਿ ਜੇ ਮਿਹਨਤ ਕਰੋਗੇ ਤੇ ਪੈਸਾ ਕਹਿੰਦਾ ਮਨੀ ਵਿਲ ਫੋਲੋ। ਤੇ ਇੱਕ ਆਈਡੀਆ ਜੋ ਬਦਲਦੇ ਆਪਕੀ ਦੁਨੀਆ, ਉਹ ਇੱਕ ਆਈਡੀਆ ਹੋਵੇ ਤੁਹਾਡੇ ਕੋਲ ਪੈਸੇ ਕਮਾਉਣ ਦਾ। ਦੇਖੋ ਗੱਲ ਉਹੀ ਆ ਨਾ, ਜਦੋਂ ਇਨਸਾਨ ਮਿਹਨਤ ਕਰਦਾ ਉਹ ਮਿਹਨਤ ਕਰੂਗਾ ਤਾਂ ਪੈਸਾ ਆਪੇ ਆਊਗਾ ਜੀ, ਰਾਈਟ। ਜੇ ਅਸੀਂ ਮਿਹਨਤ ਨਹੀਂ ਕਰਾਂਗੇ ਜਾਂ ਅਸੀਂ ਕਿਸਮਤ ਦੀ ਗੱਲ ਕਰੀ ਆ ਵੀ ਕਿਸਮਤ ਬਣੂਗੀ, ਜੇ ਅਸੀਂ ਮਿਹਨਤ ਕਰਾਂਗੇ ਤਾਂ ਆਪੇ ਕਿਸਮਤ ਬਣੂਗੀ, ਚੰਗੀ ਹੋਊਗੀ ਕਿਸਮਤ। ਬਿਲਕੁਲ। ਤੇ ਜੇ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਮਾੜੀ ਕਿਸਮਤ ਹੋਊਗੀ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਸੋ ਸਿਰਫ ਇਹ ਸੋਚ ਕੇ ਆਪਣਾ ਜਿਹੜਾ ਏਮ ਹੈ ਉਸਨੂੰ ਤੁਸੀਂ ਅਚੀਵ ਨਾ ਕਰੋ ਕਿ ਜਦੋਂ ਪੈਸਾ ਆਵੇਗਾ ਤਾਂ ਹੀ ਅਸੀਂ ਕੁਛ ਨਾ ਕੁਛ ਵੱਡਾ ਕਰਾਂਗੇ। ਛੋਟੇ ਲੈਵਲ ਤੋਂ ਸ਼ੁਰੂ ਕਰੋ, ਬਟ ਕਰੋ ਜ਼ਰੂਰ। ਤੇ ਮੈਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਪੈਸਾ ਜਾਂ ਸਕਸੈਸ ਹੈ ਜਿਹੜੀ ਉਹ ਕੁਛ ਨਾ ਕੁਛ ਕਰਦੇ ਰਹੋ, ਟਰਾਈ ਕਰੋ। ਦੇਖੋ ਕੰਟਕੀ ਫਰਾਈਡ ਚਿਕਨ ਜੀ, ਜਦੋਂ ਇਹ ਜਿਹਨੇ ਸ਼ੁਰੂ ਕਰਿਆ ਸੀਗਾ ਜੀ, ਉਹ ਬੰਦੇ ਨੇ ਬਹੁਤ ਬਿਜ਼ਨਸ ਕਰੇ। ਆਲਮੋਸਟ 70 ਸਾਲ ਦੀ ਉਮਰ ਚ ਜਾ ਕੇ ਚਿਕਨ ਬਣਾਇਆ ਉਹਨੇ ਚਿਕਨ ਬਣਾਇਆ ਤੇ ਉਹ ਦੇਖੋ ਫਰੈਂਚਾਈਜ਼ ਬਣ ਕੇ ਤੇ ਕਿੱਥੇ ਚਲਿਆ ਗਿਆ, KFC ਬਣ ਗਿਆ ਜੀ ਪੂਰਾ। ਬਿਲਕੁਲ ਬਿਲਕੁਲ। ਸੋ ਯੂ ਨੈਵਰ ਨੋ, ਕਦੇ ਮਿਹਨਤ ਕਰਨੀ ਬੰਦ ਨਾ ਕਰੋ। ਹਾਂਜੀ ਹਾਂਜੀ, ਮਿਹਨਤ ਕਰਦੇ ਰਹੋ। ਹਾਂ, ਉਹਦਾ ਫਲ ਹਮੇਸ਼ਾ ਮਿਲੂਗਾ। ਮਿਹਨਤ ਕਰਦੇ ਰਹੋ, ਇਹ ਨਹੀਂ ਪਤਾ ਵੀ ਕਦੋਂ ਮਿਲੂਗਾ। ਉਹ ਤੁਸੀਂ ਇਹ ਐਕਸਪੈਕਟ ਨਾ ਕਰੋ ਵੀ ਮੈਨੂੰ ਹੁਣੇ ਹੀ, ਜੇ ਮੈਂ ਅੱਜ 8 ਘੰਟੇ ਕੰਮ ਕਰਕੇ ਆਇਆ ਤਾਂ ਮੈਨੂੰ ਅੱਜੇ ਹੀ ਮੈਂ ਮਿਲੀਅਨਰ ਬਣ ਜਾਵਾਂ। ਹਾਂ ਹਾਂ, ਉਹ ਤਾਂ ਤੁਹਾਡੀ ਮਿਹਨਤ ਦੇ ਉੱਪਰ ਡਿਪੈਂਡ ਕਰਦਾ ਔਰ ਕਿਸਮਤ ਵਿਲ ਫੋਲੋ। ਬਿਲਕੁਲ। ਤੇ ਭਾਈ ਜਿਹੜੀ ਅੱਜ ਦੀ ਪਹਿਲੀ ਖਬਰ ਆ, ਹਾਂਜੀ, ਉਸ ਦੇ ਵਿੱਚ ਵੀ ਮੈਂ ਕਹਿੰਦਾ ਕਿਸਮਤ ਖੁੱਲ ਗਈ ਹੈ ਨਾਈਜੀਰੀਆ ਦੇ ਵਿੱਚ ਹੈਲਥ ਵਰਕਰਸ ਦੀ। ਬਿਲਕੁਲ ਜੀ। ਜਿੱਥੇ ਕੈਨੇਡਾ ਨੇ 2000 ਹੈਲਥ ਕੇਅਰ ਵਰਕਰਸ ਜਿਹੜੇ ਨੇ ਉਹ ਨਾਈਜੀਰੀਆ ਤੋਂ ਬੁਲਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ 500 ਤੇ ਹੁਣ 1500 ਕਹਿੰਦੇ। ਹਾਂ, ਤੇ ਉਹ ਵੀ ਉਸ ਤੋਂ ਹੋਰ ਜ਼ਿਆਦਾ ਸ਼ਾਇਦ ਬੁਲਾਏ ਜਾ ਸਕਦੇ ਨੇ ਇਸ ਹਫਤੇ ਦੇ ਵਿੱਚ। ਹੋਰ ਅਨਾਉਂਸਮੈਂਟ ਦੇਖੋ, ਇੱਥੇ ਜਿਹੜੀ ਹੈ ਨਾ, ਜਿਹੜੀ ਹੈਲਥ ਕੇਅਰ ਦੇ ਹੈਗੇ ਆ EMPLOYEES ਬਹੁਤ 1 ਲੱਖ ਪਤਾ ਨਹੀਂ 60,000 ਪੋਜੀਸ਼ਨਾਂ ਘੱਟ ਹੈ ਜੀ, ਜਾਂ 1,59,000 ਜੀ ਜੀ ਜੀ। ਜੇ ਅਸੀਂ ਗੱਲ ਕਰਦੇ ਹਾਂ ਤਾਂ ਇਹਨਾਂ ਨੂੰ ਭਰਨ ਵਾਸਤੇ ਕੈਨੇਡਾ ਕੋਲੇ ਤਾਂ ਸਕੂਲ ਹੈ ਨਹੀਂਗੇ। ਬਿਲਕੁਲ, ਇੰਨੇ ਨਹੀਂ ਹੈਗੇ ਜਿਹੜੇ ਭਰ ਲੈਣ। ਸੋ ਇਹਨਾਂ ਨੂੰ ਬਾਹਰਲੀਆਂ ਵੱਖਰੇ ਵੱਖਰੇ ਦੇਸ਼ਾਂ ਤੋਂ ਸੱਦਣੇ ਪੈਣੇ ਆ ਜੀ। ਹੁਣ ਜੇ ਅਸੀਂ ਗੱਲ ਕਰਦੇ ਹਾਂ ਨਾਈਜੀਰੀਆ ਦੀ, ਨਾਈਜੀਰੀਆ ਵਾਸਤੇ ਬਹੁਤ ਵਧੀਆ, ਪਰ ਇਹਨਾਂ ਨੇ ਸੱਦੇ ਵੀ ਉਹ ਹੈ ਵੀ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸ, ਸਿੱਧਾ ਹੀ PR ਦਵਾਂਗੇ, ਸਿੱਧਾ ਹੀ PR। ਵਾਹ ਜੀ ਵਾਹ। ਸੋ ਇਹ ਇੱਕ ਹਫ਼ਤੇ ਦੇ ਵਿੱਚ ਹੀ ਇਹ ਫੈਸਲੇ ਲਏ ਗਏ ਨੇ। ਹਾਂ, ਜਿੱਥੇ 28 ਜੂਨ ਨੂੰ ਇਹਨਾਂ ਨੇ 500 ਵਰਕਰਸ ਬਿਲਕੁਲ ਨੂੰ ਇਨਵਾਈਟ ਕੀਤਾ, ਜਿੱਥੇ ਕਿਹਾ ਕਿ ਤੁਸੀਂ ਅਪਲਾਈ ਕਰ ਸਕਦੇ ਹੋ PR ਲਈ, ਪਰਮਾਨੈਂਟ ਰੈਜ਼ੀਡੈਂਸੀ ਲਈ, ਐਕਸਪ੍ਰੈਸ ਐਂਟਰੀ ਦੇ ਵਿੱਚ ਬਿਲਕੁਲ, ਔਰ ਹੈਲਥ ਕੇਅਰ ਕੈਟਾਗਰੀ ਦੇ ਵਿੱਚ। ਔਰ ਉਸ ਤੋਂ ਬਾਅਦ ਜੁਲਾਈ 6 ਨੂੰ ਲੱਗੀ, ਜੁਲਾਈ 6 ਨੂੰ 1500 ਬੰਦੇ ਹੋਰ ਇਨਵਾਈਟ ਕਰ ਲਏ ਜੀ। ਬਿਲਕੁਲ, 1500 ਹੈਲਥ ਵਰਕਰ। ਦੇਖੋ, ਇਹ ਇਹਨਾਂ ਨੂੰ ਕਰਨੇ ਪੈਣੇ ਆ। ਇਹਦੇ ਚ ਕੀ ਹੋਣਾ ਨਾ, ਜਦੋਂ ਹੁਣ ਜੇ ਕੋਈ ਆਪਣੇ, ਜੇ ਆਪਾਂ ਗੱਲ ਕਰਦੇ ਆ ਫਿਲੀਪੀਨਸ ਦੀ ਜਾਂ ਇੰਡੀਆ ਦੀ ਜਾਂ ਹੋਰ ਜਿਹੜੇ ਵੱਖਰੇ ਏਸ਼ੀਅਨ ਕੰਟਰੀਜ਼ ਹੈਗੇ ਆ ਜੀ, ਉੱਥੋਂ ਆਪਣੇ, ਜੇ ਆਪਾਂ ਪੰਜਾਬ ਦੀ ਗੱਲ ਕਰਦੇ ਤਾਂ ਬਹੁਤ ਡਾਕਟਰ ਆਉਂਦੇ ਆ ਜਿਹੜੇ ਪੜ੍ਹੇ ਲਿਖੇ ਹੁੰਦੇ ਆ, ਪਰ ਉਹਨਾਂ ਨੂੰ ਇੱਥੇ ਕੁਆਲੀਫਾਈ ਕਰਨ ਵਾਸਤੇ ਬਹੁਤ ਔਖਾ ਹੁੰਦਾ। ਕਈ ਸਰਟੀਫਿਕੇਟਸ ਜਾਂ ਕੋਰਸਸ। ਹੁਣ ਜਿਹੜੇ ਨਾਈਜੀਰੀਆ ਤੋਂ ਇਹਨਾਂ ਨੇ ਇਨਵਾਈਟ ਕਰੇ ਆ, ਸੱਦੇ ਆ, ਮੇਰਾ ਖਿਆਲ ਉਹਨਾਂ ਦਾ ਕੁਛ ਨਾ ਕੁਛ ਐਕਸਪ੍ਰੈਸ ਕਰਨਗੇ ਵੀ ਛੇਤੀ ਹੋ ਜਾਵੇ। ਪਰ ਇਹ ਖਬਰ ਮੈਨੂੰ ਲੱਗਦਾ ਸਾਡੇ ਇੰਡੀਆ ਲਈ ਜਾਂ ਪੰਜਾਬ ਲਈ ਵੀ ਚੰਗੀ ਖਬਰ ਹੈ, ਕਿਉਂਕਿ ਨਾਈਜੀਰੀਆ ਤੋਂ ਬਾਅਦ ਮੈਨੂੰ ਲੱਗਦਾ ਅਗਲਾ ਨੰਬਰ ਜਿਹੜਾ ਹੈ ਉਹ ਸਾਊਥ ਈਸਟ ਏਸ਼ੀਆ ਦਾ ਹੀ ਹੋ ਸਕਦਾ। ਜਾਂ ਇਹਨਾਂ ਨੇ ਕੀ ਕਰਨਾ ਨਾ, ਜਦੋਂ ਜਿਨ੍ਹਾਂ ਨੂੰ ਇਨਵਾਈਟ ਕਰ ਰਹੇ ਆ ਹੁਣ, ਇਹ ਜਿਹੜੀਆਂ ਇੰਡੀਅਨ ਕੈਨੇਡੀਅਨ ਗਵਰਨਮੈਂਟ ਹੈਗੀ ਆ, ਇਹ ਆਪਦੇ ਉੱਥੇ ਬੰਦੇ ਭੇਜਣਗੇ ਜਿਹੜੇ ਸਕੂਲਾਂ 'ਚ ਉਹ ਟ੍ਰੇਨਿੰਗ ਲੈ ਰਹੇ ਆ ਜਾਂ ਪੜ੍ਹ ਰਹੇ ਆ, ਉਹਨੂੰ ਮੋਨੀਟਰ ਕਰਨਗੇ ਜੀ। ਉਹਨੂੰ ਮੋਨੀਟਰ ਕਰਕੇ ਫਿਰ ਆਪਦਾ ਜਿਹੜਾ ਜੋ ਢੰਗ ਹੈਗਾ ਜਿਹੜਾ ਇਨਵੈਸਟੀਗੇਸ਼ਨ ਕਰਨਗੇ। ਇਹ ਉਹ ਗੱਲ ਨਾ ਹੋਵੇ ਜਿਹੜੀ ਉਹ 700 ਸਟੂਡੈਂਟ ਆਪਣੇ ਪੰਜਾਬ ਵਾਲੇ ਹੋਏ। ਚਲੋ ਇਹ ਸਿੱਧਾ ਹੀ PR ਹੋ ਕੇ ਆਣਗੇ ਨਾ। ਨਹੀਂ, ਪਰ ਮੇਰਾ ਕਹਿਣ ਦਾ ਮਤਲਬ ਵੀ PR ਹੋ ਕੇ ਤਾਂ ਆਉਣਗੇ, ਪਰ ਉਹਨੂੰ ਇਹ ਚੈੱਕ ਕਰਨਗੇ ਪੂਰਾ ਵੀ ਵਾਕਿਆ ਹੀ ਸਰਟੀਫਿਕੇਸ਼ਨ ਜਿਹੜੀ ਪੁਰਾਣੀ, ਹਾਂ, ਵੀ ਵਾਕਿਆ ਹੀ ਇਹ ਪੜ੍ਹੇ ਆ, ਇਹਨਾਂ ਨੇ ਇਕੱਲੇ ਸਰਟੀਫਿਕੇਟ ਹੀ ਨਹੀਂ ਲਏ। ਜੀ ਜੀ ਜੀ, ਬਿਲਕੁਲ ਜੀ। ਕੈਨੇਡਾ ਦੇ ਜਿਹੜੇ ਮਿਨਿਸਟਰ ਆਫ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਨੇ, ਸ਼ੌਨ ਫਰੇਜ਼ਰ ਸਾਹਿਬ, ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਨਾ ਇਮੀਗ੍ਰੇਸ਼ਨ ਦੀ ਅਪਰੋਚ
ਹੁਣ ਚੇਂਜ ਕਰਨ ਦਾ ਫੈਸਲਾ ਲਿਆ ਹੈ, ਜਿਸ ਦੇ ਵਿੱਚ ਅਸੀਂ ਸਿਰਫ ਲੇਬਰ ਸ਼ਾਰਟੇਜ ਕਹਿ ਕੇ ਕੋਈ ਵੀ ਜਿਹੜਾ ਮਰਜ਼ੀ ਬੰਦਾ ਨਾ ਬੁਲਾਈਏ, ਹਾਂਜੀ, ਅਲੱਗ-ਅਲੱਗ ਸੈਕਟਰਸ ਜਿਹੜੇ ਨੇ, ਸਰਟਨ ਸੈਕਟਰਸ ਦੇ ਵਿੱਚ ਜਿਹੜੇ ਲੇਬਰ ਸ਼ਾਰਟੇजेस ਨੇ, ਉਹਨਾਂ ਸੈਕਟਰਾਂ ਵਾਲੇ ਬੰਦੇ ਉਹਨਾਂ ਨੂੰ ਅਸੀਂ PR ਦਈਏ ਰਾਦਰ ਦੈਨ ਕਿਸੇ ਨੂੰ ਵੀ ਅਸੀਂ। ਹਾਂ ਬਿਲਕੁਲ ਉਹੀ ਆ ਨਾ, ਫਿਰ ਇਹ ਜਿਹੜੀ ਸ਼ਾਰਟੇਜ ਆ ਜਿੱਥੇ ਜੀ, ਉਹਨੂੰ ਸਪੀਡ ਕਰਨ ਵਾਸਤੇ ਮੇਰਾ ਖਿਆਲ ਇਹੋ ਜਿਹੇ ਕੋਈ ਉਹ ਢੰਗ ਕਰਨਗੇ ਵੀ ਇਹਨਾਂ ਨੂੰ ਇੱਕ ਤਾਂ ਕੁਆਲੀਫਾਈਡ ਬੰਦੇ ਮਿਲ ਜਾਣ ਜੀ, ਇਹਨਾਂ ਦੀਆਂ ਜੌਬਾਂ ਜਿਹੜੀਆਂ ਉਹ ਭਰ ਜਾਣ ਜੀ, ਟਾਈਮ ਬਹੁਤਾ ਨਾ ਲੱਗੇ ਤੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਤੇ ਵੀ ਬਹੁਤੇ ਪੈਸੇ ਨਾ ਲੱਗਣ। ਇਹਨੂੰ ਕੈਨੇਡਾ ਨੂੰ ਜੇ ਇਸ ਤਰ੍ਹਾਂ ਕਰ ਲੈਂਦੇ ਆ ਤਾਂ ਬਹੁਤ ਫਾਇਦਾ ਹੈ ਜੀ, ਸਹੀ ਗੱਲ, ਬਿਕਾਜ਼ ਪੜ੍ਹੇ ਲਿਖੇ ਸਭ ਕੁਝ ਹੋਇਆ ਹੋਇਆ ਇਹਨਾਂ ਕੋਲੇ ਤਕਰੀਮ ਆ ਜਾਣੀ ਹੈ। ਬਿਲਕੁਲ ਬਿਲਕੁਲ। ਇਹ ਫੈਸਲਾ ਮੈਨੂੰ ਲੱਗਦਾ ਤਾਂ ਵੀ ਲਿਆ ਗਿਆ ਕਿਉਂਕਿ ਜਿਹੜਾ ਆਖਰੀ ਜਿਹੜੇ ਅੰਕੜੇ ਸੀਗੇ ਸਟੈਟਸ ਕੈਨੇਡਾ ਦੇ, ਉਸ ਦੇ ਵਿੱਚ 1.5 ਲੱਖ ਤੋਂ ਵੀ ਜ਼ਿਆਦਾ ਵੇਕੈਂਟ ਪੋਜੀਸ਼ਨ ਸੀਗੇ ਹੈਲਥ ਕੇਅਰ ਦੇ ਵਿੱਚ ਔਰ ਸੋਸ਼ਲ ਅਸਿਸਟੈਂਸ ਦੇ ਵਿੱਚ ਮਿਲਾ ਕੇ। ਔਰ ਇਹ ਅਪ੍ਰੈਲ 2023 ਦੀ ਮੈਂ ਗੱਲ ਕਰ ਰਿਹਾ ਸੋ ਜ਼ਿਆਦਾ ਪੁਰਾਣੀ ਨਹੀਂ ਹੈ। ਔਰ ਇਹ ਹਾਈਐਸਟ ਹੈ ਜੀ, ਹਾਈਐਸਟ ਹਰ ਇੰਪਲੋਇਮੈਂਟ ਸੈਕਟਰ ਦੇ ਵਿੱਚ, ਜੋ ਯਾਨੀ ਕਿ ਹੈਲਥ ਸੈਕਟਰ ਜਿਹੜਾ ਉਸ ਦੇ ਵਿੱਚ ਇਹਨਾਂ ਨੇ ਪੂਰਾ ਹੁਣ ਭਰ ਦੇਣਾ ਔਰ ਹੋ ਸਕਦਾ ਹੈ ਕਿ ਇੰਡੀਆ ਦਾ ਨੰਬਰ ਵੀ ਵਿੱਚ ਆ ਜਾਵੇ। ਬਿਲਕੁਲ ਜੀ ਬਿਲਕੁਲ। ਸੋ ਕੋਈ ਪਤਾ ਨਹੀਂ ਜੀ, ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਕੈਨੇਡੀਅਨ ਫੈਡਰਲ ਸਰਕਾਰ ਨੇ ਕਾਫੀ ਅਗਰੈਸਿਵ ਪਲਾਨ ਜਿਹੜਾ ਹੈ ਉਹ ਲਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 5 ਲੱਖ ਇਮੀਗ੍ਰੈਂਟਸ ਜਿਹੜੇ ਨੇ ਹਰ ਸਾਲ ਬਿਲਕੁਲ ਇਹ ਐਡ ਆਨ ਕਰਨਗੇ 2025 ਤੱਕ। ਔਰ ਉਸ ਦੇ ਵਿੱਚ ਮਤਲਬ ਅਗਲੇ 3 ਸਾਲਾਂ ਦੀ ਜੇ ਅਸੀਂ ਗੱਲ ਕਰੀਏ ਤਾਂ 1.5 ਮਿਲੀਅਨ ਬੰਦੇ ਤਾਂ ਇਦਾਂ ਹੀ ਹੋ ਗਏ ਭਾਜੀ। ਬਿਲਕੁਲ, ਦੇਖੋ ਪਰ ਸਕਿਲਡ ਆਣਗੇ ਉਹ ਹਾਂ ਸਕਿਲਡ ਆਣਗੇ। ਉਹਦੇ ਨਾਲ ਦੀ ਨਾਲ ਸਟੂਡੈਂਟ ਕਿੰਨੇ ਆਈ ਜਾਂਦੇ ਆ ਹੁਣ PR ਹੋ ਕੇ ਸਿੱਧਾ ਹੀ ਆ। ਹਾਂ ਬਿਲਕੁਲ, ਜੇ ਹੁਣ ਇਹ 2000 ਜਿਹੜੀਆਂ ਨਰਸਿਸ ਇਹ ਮੰਗਾ ਰਹੇ ਆ, ਇਹ ਇਕੱਲੇ 2000 ਤੇ ਨਹੀਂ ਸਰਨਾ ਜੀ, ਇਹ ਵਧਣੀਆਂ ਹੈ ਜੀ। ਇਹ 2000 ਤੋਂ 20000 ਵੀ ਹੋ ਸਕਦੀਆਂ ਬਿਲਕੁਲ, ਐਂਡ ਵੱਖਰੇ ਕੰਟਰੀਜ਼ ਤੋਂ, ਜਿਸ ਵਿੱਚ ਚਾਈਨਾ ਵੀ ਬਹੁਤ ਉੱਪਰ ਹੈ ਜੀ, ਫਿਲੀਪੀਨਸ ਬਹੁਤ ਉੱਪਰ ਹੈ, ਇੰਡੀਆ ਬਹੁਤ ਉੱਪਰ ਹੈ ਜੀ, ਔਰ ਅਸੀਂ ਅਫਰੀਕਾ ਦਾ ਨਾਈਜੀਰੀਆ ਦੇਖ ਹੀ ਲਿਆ। ਔਰ ਜੇ PRs ਦੀ ਗੱਲ ਕਰੀਏ ਭਾਜੀ 2022 ਦੇ ਵਿੱਚ 4,37,120 PRs ਜਿਹੜੀਆਂ ਨੇ ਉਹ ਦਿੱਤੀ ਗਈਆਂ, ਜਿਸ ਦੇ ਵਿੱਚ 8% ਦਾ ਇੰਕਰੀਜ਼ ਸੀਗਾ 2021 ਤੋਂ। ਔਰ ਡਾਟਾ ਇਹ ਜਿਹੜਾ ਡਾਟਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਔਰ ਸਿਟੀਜ਼ਨਸ਼ਿਪ ਕੈਨੇਡਾ ਦਾ ਮੈਂ ਕਹਿ ਰਿਹਾ, ਔਰ ਨਾਈਜੀਰੀਆ ਦਾ ਜਿਹੜਾ ਇਮੀਗ੍ਰੇਸ਼ਨ ਰੇਟ ਹੈ ਉਹ ਵੱਧ ਗਿਆ ਹੈ ਜੀ 41.9%। ਬਿਲਕੁਲ, ਜੋ ਕਿ 22,130 ਦੱਸਿਆ ਜਾ ਰਿਹਾ ਹੈ, ਉਹ ਪਿਛਲੇ ਸਾਲ ਤੋਂ ਜੋ ਕਿ ਸੀਗਾ 15,595। ਸੋ ਮੈਨੂੰ ਲੱਗਦਾ ਕਿ ਨਾਈਜੀਰੀਆ ਅਗਲਾ ਕਹਿ ਲਓ ਕਿ ਹੌਟ ਸਪੌਟ ਹੈ ਜੀ ਇਮੀਗ੍ਰੇਸ਼ਨ। ਬਿਲਕੁਲ, ਉੱਥੇ ਦੇਖੋ ਜਿਹੜਾ ਹੈ ਨਾ ਜਦੋਂ ਇਹ ਲੈਂਦੇ ਆ, ਜੇ ਹੁਣ ਇਹਨਾਂ ਨੇ ਨਾਈਜੀਰੀਆ ਪਿਕ ਕਰਿਆ ਜੀ ਤਾਂ ਇਹਨਾਂ ਨੇ ਬਿਲਕੁਲ ਸਟੱਡੀ ਕਰਕੇ ਫੇਰ ਸਾਰਾ ਕੁਝ ਕਰਿਆ ਜੀ। ਅਨਾਉਂਸਮੈਂਟ ਐਵੇਂ ਨਹੀਂ ਹੁੰਦੀ ਜੀ, ਰਾਈਟ? ਅਨਾਉਂਸਮੈਂਟ ਉਹ ਕਰਨ ਨੂੰ ਇਹਨਾਂ ਨੇ ਸਾਰਾ ਕੁਝ ਆਪਦਾ ਜੋ ਹੋਮਵਰਕ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਕਰਕੇ ਫੇਰ ਇਹਨਾਂ ਨੇ ਕਰਿਆ ਜੀ ਜੀ ਜੀ। ਸੋ ਦੇਖਦੇ ਆ ਇਮੀਗ੍ਰੇਸ਼ਨ ਔਰ ਹੈਲਥ ਕੇਅਰ ਦਾ ਜਿਹੜਾ ਹੈ ਨਾ ਤਾਂ ਇਹ ਵੈਕੈਂਸੀਜ਼ ਨੇ। ਇੱਕ ਚੀਜ਼ ਤਾਂ ਮੈਨੂੰ ਭਾਈ ਠੀਕ ਲੱਗੀ ਇਹਦੇ ਚ ਕਿ ਸ਼ੌਨ ਫਰੇਜ਼ਰ ਸਾਹਿਬ ਨੇ ਜੋ ਕਿਹਾ ਕਿ ਜਿਹੜੇ ਸੈਕਟਰ ਦੇ ਵਿੱਚ ਲੋੜ ਹੈ ਲੇਬਰ ਸ਼ਾਰਟੇजेस ਨੇ ਉਹ ਸੈਕਟਰ ਖੋਲ ਕੇ ਫਿਰ ਇਮੀਗ੍ਰੇਸ਼ਨ ਖੋਲੀ ਜਾਵੇ, ਰਾਦਰ ਦੈਨ ਕਿਸੇ ਨੂੰ ਵੀ ਤੁਸੀਂ ਬੁਲਾਓ ਤੇ ਉਸ ਤੋਂ ਬਾਅਦ ਤੁਸੀਂ PR ਦਿਓ, ਫਿਰ ਵਿਚਾਰੇ ਇੱਥੇ ਜੌਬਸ ਨਹੀਂ ਮਿਲਦੀਆਂ, ਇੱਥੇ ਆ ਕੇ ਕੈਨੇਡੀਅਨ ਲਾਈਫ ਨੂੰ ਖਰਾਬ ਕਹਿੰਦੇ ਨੇ। ਤਾਂ ਇਸ ਚੰਗਾ ਤਾਂ ਉਹੀ ਹੈ ਕਿ ਪਹਿਲਾਂ PR ਹੋ ਕੇ ਆਣ ਤੇ ਜੌਬ ਹੋਵੇ। ਇਹਨਾਂ ਨੇ ਕੀ ਕਰਨਾ ਹੈ ਨਾ, ਇਹਦੇ ਚ PR ਵੀ ਸਾਰਾ ਹੋਊਗਾ, ਨਾਲ ਦੀ ਨਾਲ ਜੌਬ ਵੀ ਆਉਣ ਸਾਰ ਸ਼ੁਰੂ ਹੋ ਮਿਲ ਸਕਦੀ ਹੈ ਜੀ। ਬਿਲਕੁਲ, ਨਹੀਂ ਕਰਨਗੇ ਉਸ ਤਰ੍ਹਾਂ, ਹਾਂ ਸਾਰਾ ਕੁਝ ਕਰਕੇ ਫੇਰ ਇੱਥੇ ਤੁਸੀਂ ਆਓਗੇ। ਤੇ ਕੰਟਰੈਕਟ ਬੇਸਿਸ ਵੀ ਹੋ ਸਕਦਾ, ਹੋਰ ਚੀਜ਼ਾਂ ਵੀ ਹੋ ਸਕਦੀਆਂ ਜਿਵੇਂ ਦੂਜੀਆਂ ਕੰਟਰੀਜ਼ ਬਹੁਤ ਕੁਝ ਹੋ ਸਕਦਾ। ਜਦੋਂ PR ਹੀ ਦੇਤੀ ਮੈਨੂੰ ਲੱਗਦਾ ਕਿ ਉਹ ਫਿਰ ਵਿਨ ਸਿਚੁਏਸ਼ਨ ਹੈ ਇਮੀਗ੍ਰੈਂਟ ਲਈ ਵੀ, ਉਹਨਾਂ ਵਾਸਤੇ ਨਾਈਜੀਰੀਆ ਵਾਸਤੇ ਬਹੁਤ ਵਧੀਆ ਹੈ। ਔਰ ਇੱਕ PR ਦਾ ਮਤਲਬ ਹੈ ਭਾਜੀ ਪੂਰਾ ਫੈਮਿਲੀ। ਬਿਲਕੁਲ, ਤੇ ਕੈਨੇਡਾ ਵਾਸਤੇ ਵੀ ਬਹੁਤ ਵਧੀਆ। ਸੋ ਮਤਲਬ ਇੱਕ ਬੰਦਾ ਜੇ ਤੁਸੀਂ ਇੱਥੇ ਆ ਜਾਂਦੇ ਹੋ ਤੇ ਮੈਨੂੰ ਲੱਗਦਾ ਪੂਰਾ ਪਰਿਵਾਰ ਤੁਸੀਂ ਨਾਲ ਲੈ ਕੇ ਆ ਸਕਦੇ ਹੋ, ਤੁਹਾਡਾ ਸਪਾਊਸ ਵੀ ਕੰਮ ਕਰ ਸਕਦਾ ਹੈ। ਬਿਲਕੁਲ, ਬਹੁਤ ਕੁਝ ਹੋ ਸਕਦਾ ਜੀ। ਔਰ ਮੈਨੂੰ ਲੱਗਦਾ ਹੈ ਕਿ ਇਮੀਗ੍ਰੇਸ਼ਨ ਦੇ ਵਿੱਚ, ਇਮੀਗ੍ਰੇਸ਼ਨ ਸੈਕਟਰ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਹੈ ਜੀ। ਤਾਂ ਮੈਨੂੰ ਲੱਗਦਾ ਔਰ ਹੈਲਥ ਕੇਅਰ ਵਰਕਰਸ ਜੋ ਕਿ ਹਮੇਸ਼ਾ ਡਿਮਾਂਡ ਤੇ ਰਹਿੰਦੇ, ਉਹ ਹਰ ਕੰਟਰੀ ਦੇ ਵਿੱਚ ਡਿਮਾਂਡ 'ਚ ਰਹਿੰਦੇ ਨੇ। ਬਿਲਕੁਲ, ਇੱਕ ਚੀਜ਼ ਜ਼ਰੂਰ ਹੈ ਕਿ ਇਹਨਾਂ ਨੂੰ ਥੋੜੇ ਜਿਹੜੇ ਆਪਣੇ ਸਰਟੀਫਿਕੇਸ਼ਨ ਕੋਰਸਿਸ ਥੋੜੇ ਜਿਹੇ ਲੀਨੀਅੰਟ ਕਰਨੇ ਪੈਣੇ ਆ ਸੋ ਦੈਟ ਉਹ ਆਉਂਦੇ ਸਾਰ ਕੰਮ ਸ਼ੁਰੂ ਕਰ। ਨਹੀਂ ਉਹੀ ਹੈ ਨਾ, ਇਹ ਸ਼ਵੀ ਜੀ ਉੱਥੋਂ ਸਾਰੀ ਚੈਕਿੰਗ ਕਰਕੇ ਫੇਰ ਲਿਆਉਣਗੇ ਉਹਨਾਂ ਸਿੱਧਾ ਆ ਕੇ ਕੰਮ। ਜਿਹੜਾ ਅਪਲਾਈ ਕਰੂਗਾ ਨਾ, ਅਪਲਾਈ ਕਰਕੇ ਉਹ ਤੋਂ ਪੂਰੀ ਇਨਫੋਰਮੇਸ਼ਨ ਲੈਣਗੇ,
ਜਾਂ ਉੱਥੇ ਇਹਨਾਂ ਦਾ ਆਪਦਾ ਡਿਪਾਰਟਮੈਂਟ ਕੋਈ ਨਾ ਕੋਈ ਜਾਂ ਕਰਨਗੇ, ਕੁਛ ਨਾ ਕੁਛ ਜ਼ਰੂਰ ਕਰਨਗੇ ਜਿਹਦੇ ਨਾਲ ਇੱਥੇ ਆ ਕੇ ਉਹਨਾਂ ਨੂੰ ਟਾਈਮ ਹੋਰ ਨਾ ਲੱਗੇ। ਬਹੁਤ ਵਧੀਆ ਜੀ। ਸੋ ਹੈਲਥ ਕੇਅਰ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ। ਸੋ ਆਈ ਥਿੰਕ ਕਿ ਜਿਹੜੀ ਕੰਪਲੇਂਟਸ ਨੇ ਲੋਕਾਂ ਦੀਆਂ ਘੱਟ ਹੋ ਜਾਣਗੀਆਂ ਜੇ ਵਧੀਆ ਡਾਕਟਰਸ ਔਰ ਨਰਸਿਸ ਔਰ ਹੈਲਥ ਕੇਅਰ ਵਰਕਰਸ ਜਿਹੜੇ ਨੇ ਉਹ ਕੰਟਰੀ ਭਰ ਦੇ ਵਿੱਚ ਹੋਣਗੇ ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਵਧੀਆ ਕੰਮ ਹੋਏਗਾ ਜੀ। ਅਗਲੀ ਖਬਰ ਵੀ ਹੈਲਥ ਕੇਅਰ ਨਾਲ ਹੀ ਜੁੜੀ ਹੈ ਜੀ, ਜਿਸ ਦੇ ਵਿੱਚ ਜਿਹੜੀ ਵਿਨੀਪੈਗ ਦੇ ਵਿੱਚ ਹੋ ਰਹੀ ਹੈ ਜੀ ਮੀਟਿੰਗ ਪ੍ਰੀਮੀਅਰਸ ਦੀ ਸਾਰਿਆਂ ਦੀ। ਤਾਂ ਉਸ ਦੇ ਵਿੱਚ ਜਿਹੜਾ ਮੇਨ ਟੌਪਿਕ ਰਹੇਗਾ ਉਹ ਰਹੇਗਾ ਨਿਊ ਹੈਲਥ ਕੇਅਰ ਡੀਲ। ਤਾਂ ਹੈਲਥ ਕੇਅਰ ਦੇ ਬਾਰੇ ਹੀ ਗੱਲਬਾਤ ਹੋਣੀ ਹੈ। ਹਾਂ ਬਿਲਕੁਲ, ਜਿਹੜੇ ਪ੍ਰੋਵਿੰਸਸ ਹੈਗੇ ਆ ਸਾਰੇ ਕੈਨੇਡਾ ਦੇ, ਉਹਨਾਂ ਦੇ ਜਿਹੜੇ ਪ੍ਰੀਮੀਅਰ ਆ ਸਾਰੇ ਮੀਟਿੰਗ 'ਚ ਹੋਣਗੇ। ਮੇਨ ਜਿਹੜਾ ਹੈਲਥ ਕੇਅਰ ਆ ਉਹ ਤਾਂ ਹਰੇਕ ਜਿਹੜੀ ਸੂਬੇ ਦਾ ਅੱਡ ਅੱਡ ਹੈ ਨਾ ਜੀ, ਪਰ ਉਹਨੂੰ ਕੰਟਰੋਲ ਕਰਦਾ ਫੈਡਰਲ ਜੀ। ਸੋ ਉਹ ਜਦੋਂ ਇਕੱਠੇ ਹੋ ਕੇ ਸਾਰੇ ਗੱਲਬਾਤ ਕਰਨਗੇ, ਡਿਸਾਈਡ ਕਰਨਗੇ ਕੀ ਕਰਨਾ ਕਿਵੇਂ ਕਰਨਾ, ਉਹ ਕੈਨੇਡਾ ਵਾਸਤੇ ਇੱਕ ਵਧੀਆ ਸਟੈਪ ਹੈ ਜੀ। ਜੀ ਬਿਲਕੁਲ, ਟਰੂਡੋ ਸਾਹਿਬ ਨੇ ਵੀ ਕਾਫੀ ਕਹਿ ਲਓ ਡਿਸਕਸ਼ਨਾਂ ਤੋਂ ਬਾਅਦ ਜਾਂ ਕਈ ਕਹਿ ਲਓ ਕਿ ਆਲਮੋਸਟ ਕਹਿ ਲਓ 2 ਸਾਲਾਂ ਦੇ ਪਲੈਨਿੰਗ ਜਾਂ ਗੱਲਾਂ ਬਾਤਾਂ ਤੋਂ ਬਾਅਦ ਜਿਹੜੀ ਨਿਊ ਹੈਲਥ ਕੇਅਰ ਡੀਲ ਕੀਤੀ ਸੀ, ਜਿਸ ਦੇ ਵਿੱਚ $46 ਬਿਲੀਅਨ ਦਾ ਕਹਿ ਲਓ ਇਨਵੈਸਟਮੈਂਟ ਸੀ ਜਾਂ ਜੋ ਵੀ ਸੀ ਇਸ ਦੇ ਵਿੱਚ ਹੋਇਆ। ਤੇ ਉਹ ਫੈਬਰੂਅਰੀ ਦੇ ਵਿੱਚ ਕੀਤਾ ਗਿਆ ਸੀਗਾ, ਦੱਸਿਆ ਗਿਆ ਸੀ ਕਰਨਗੇ, ਆਟਵਾ ਦੇ ਵਿੱਚ ਅਨਾਉਂਸ ਕੀਤਾ ਗਿਆ ਸੀ। ਪਰ ਹੁਣ ਵੀ ਲੋਕ ਕਹਿੰਦੇ ਨੇ ਕਿ ਸ਼ਾਇਦ ਉਹ ਵੀ ਸ਼ਾਰਟ ਹੈ ਤੇ ਹੋਰ ਵੀ ਇਹਦੇ ਵਿੱਚ ਕੰਮ ਕਰਨ ਦੀ ਲੋੜ ਹੈਗੀ ਹੈ। ਬਿਕਾਜ਼ ਹੈਲਥ ਕੇਅਰ ਹੈ ਨਾ, ਜਿਹੜਾ ਹੈਲਥ ਕੇਅਰ ਇੱਕ ਇਹੋ ਜਿਹਾ ਡਿਪਾਰਟਮੈਂਟ ਹੈ ਜਿਹਦੇ ਵਿੱਚ ਬਹੁਤ ਕੰਮ ਕਰਨ ਦੀ ਲੋੜ ਹੈ ਜੀ। ਜਦੋਂ ਆਪਾਂ ਅਲਬਰਟਾ ਤੇ ਸਪੈਸ਼ਲੀ BC ਨੂੰ ਕੰਪੇਅਰ ਕਰਦੇ ਹਾਂ ਨਾ ਜੀ, ਅਲਬਰਟਾ ਦੇ ਵਿੱਚ BC ਦੇ ਵਿੱਚ ਅਲਬਰਟਾ ਦੇ ਨਾਲੋਂ ਬਹੁਤ ਜ਼ਿਆਦਾ ਸਰਵਿਸਿਜ਼ ਹੈ ਜਿਹੜੀਆਂ ਪ੍ਰਾਈਵੇਟਾਈਜ਼ ਕਰੀਆਂ ਹੋਈਆਂ ਜੀ। ਹੁਣ ਜਿਹੜੀ ਫੈਡਰਲ ਉਹਨੂੰ ਕੰਟਰੋਲ ਕਰਦੀ ਹੈ, ਫੈਡਰਲ ਵਾਚ ਕਰਦੀ ਹੈ ਵੀ ਜਿਹੜੀਆਂ ਪ੍ਰਾਈਵੇਟ ਸਰਵਿਸਿਜ਼ ਆ ਉਹ ਕਿਵੇਂ ਚੱਲ ਰਹੀਆਂ, ਜਿਹੜੀਆਂ ਪਬਲਿਕ ਸਰਵਿਸਿਜ਼ ਆ ਉਹ ਕਿਵੇਂ ਆ। ਸੋ ਉਹ ਅਕਸਰ ਜਿਹੜਾ ਪੂਰਾ ਜ਼ਿੰਮੇਵਾਰੀ ਤਾਂ ਫੈਡਰਲ ਦੀ ਹੈ ਨਾ ਜੀ। ਜੀ 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 ਬਿਲਕੁਲ ਬਿਲਕੁਲ ਬਿਲਕੁਲ। ਸੋ ਦੇਖਦੇ ਹਾਂ ਜੀ ਟਰੂਡੋ ਸਾਹਿਬ ਦੇ ਇਸ ਕਹਿ ਲਓ ਜਿਹੜੀ ਡੀਲ ਹੈ ਜਾਂ ਜੋ ਵੀ ਇਹ ਕਰ ਰਹੇ ਨੇ ਇਨਵੈਸਟ, ਇਹਦੇ ਵਿੱਚ ਕਾਫੀ ਕੁਝ ਜਿਹੜਾ ਹੈ ਪ੍ਰੋਵਿੰਸਸ ਨੂੰ ਦੱਸਿਆ ਜਾਵੇਗਾ। ਉਸ ਦੇ ਵਿੱਚ ਹੈਲਥ ਕੇਅਰ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਜਾਵੇਗਾ ਔਰ ਫੈਡਰਲ ਲੈਵਲ ਤੇ ਜਦੋਂ ਕੰਮ ਹੁੰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਛੇਤੀ ਵੀ ਹੋ ਜਾਂਦਾ। ਔਰ ਸਾਰੇ ਦਾ ਜਿਹੜਾ ਟੌਪ ਏਜੰਡਾ ਹੀ ਹੈ ਇਸ ਵਾਰ ਹੈਲਥ ਕੇਅਰ ਤੇ ਗੱਲਬਾਤ ਕਰਨੀ ਹੈ ਤੇ ਫਿਰ ਦੇਖਦੇ ਹਾਂ ਭਾਜੀ ਕੀ ਹੁੰਦਾ ਕਿ ਬੁੱਧਵਾਰ ਤੱਕ ਚੱਲਣਾ ਮੀਟਿੰਗ ਚੱਲਣੀ। ਸੋ ਸਾਨੂੰ ਪਤਾ ਲੱਗ ਜਾਏਗਾ ਕਿ ਕੀ ਗੱਲਾਂ ਹੋਈਆਂ। ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਡਿਸਕਸ਼ਨਸ ਦੇ ਪੁਆਇੰਟ ਰਹਿਣਗੇ, ਅਸੀਂ ਰੋਜ਼ ਦੇ ਰੋਜ਼ ਤੁਹਾਨੂੰ ਦੱਸਦੇ ਰਵਾਂਗੇ ਜੀ ਤੇ ਜ਼ਰੂਰ ਤੁਹਾਡੇ ਤੱਕ ਗੱਲਬਾਤ ਪਹੁੰਚਾਵਾਂਗੇ। ਤੇ ਭਾਜੀ ਨਾਲ ਹੁਣ ਜਿਹੜੀ ਅਗਲੀ ਖਬਰ ਆ ਰਹੀ ਹੈ ਉਸਦੇ ਵਾਕਈ ਵੈਸੇ ਤਾਂ ਖਬਰਾਂ ਦੇ ਐਕਸਪਰਟ ਤਾਂ ਤੁਸੀਂ ਹੋ ਹੀ, ਇਸ ਖਬਰ ਦੇ ਵੀ ਤੁਸੀਂ ਐਕਸਪਰਟ ਹੋ ਜੀ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜੀ ਰੀਅਲ ਐਸਟੇਟ ਮਾਰਕੀਟ ਹੈ ਕੈਲਗਰੀ ਦੀ ਉਹ ਬਹੁਤ ਜ਼ਿਆਦਾ ਹੌਟ ਨਾਲੋਂ ਹੌਟੈਸਟ ਹੁੰਦੀ ਜਾ ਰਹੀ ਹੈ ਕਿਉਂਕਿ ਜ਼ਿਆਦਾ ਜਿਹੜੇ ਨਿਊ ਕਮਰਸ ਨੇ ਉਹ ਐਲਬਰਟਾ ਦੇ ਵਿੱਚ ਆ ਰਹੇ ਨੇ। ਦੇਖੋ ਇਮੀਗ੍ਰੇਸ਼ਨ ਜੀ ਇੱਕ ਬਹੁਤ ਵੱਡਾ ਫੈਕਟਰ ਹੈ ਇਹਦੇ ਵਿੱਚ। ਸਟੂਡੈਂਟਸ ਜੀ, ਜਿਹੜੇ ਲੋਕ ਕੈਨੇਡਾ 'ਚ ਆ ਰਹੇ ਆ ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ, ਪਰ ਕੈਲਗਰੀ ਜਾਂ ਅਲਬਰਟਾ ਦੀ ਜੇ ਆਪਾਂ ਗੱਲ ਕਰਦੇ ਆ ਜੀ ਤਾਂ ਕੈਲਗਰੀ ਦੇ ਵਿੱਚ ਸਪੈਸ਼ਲੀ ਲੋਕ ਟੋਰਾਂਟੋ, ਵੈਨਕੂਵਰ ਸਾਰੇ ਪਾਸਿਆਂ ਤੋਂ ਹੀ ਮੂਵ ਹੋ ਕੇ ਆ ਰਹੇ ਆ ਜੀ। ਇੱਥੇ ਜਿਹੜੀਆਂ ਪ੍ਰਾਈਸ ਕੰਪੇਅਰ ਕਰਦੇ ਆ ਜਦੋਂ ਆਪਾਂ ਕੈਲਗਰੀ ਨੂੰ ਵੈਨਕੂਵਰ, ਟੋਰਾਂਟੋ ਨਾਲ, ਹਾਲੇ ਲੋਅਰ ਜੀ। ਪਿਛਲੇ ਸਾਲ ਥੋੜਾ ਜਿਹਾ ਝਟਕਾ ਲੱਗਿਆ ਸੀਗਾ, ਉਸ ਤੋਂ ਬਾਅਦ ਫਿਰ ਉਹ ਥੋੜਾ ਠੰਡਾ ਹੋ ਗਿਆ ਸੀ ਜੀ। ਪਰ ਹੁਣ ਫਰਵਰੀ ਤੋਂ ਜਿਹੜਾ ਹੈ ਨਾ ਜੇ ਆਪਾਂ ਘਰਾਂ ਦੀਆਂ ਪ੍ਰਾਈਸਾਂ ਕਰਦੇ ਆ ਜੀ ਤਾਂ ਵੱਧ ਰਹੀਆਂ। ਜੇ ਅਸੀਂ ਪਿਛਲੇ ਸਾਲ ਕੰਪੇਅਰ ਕਰਦੇ ਆ ਹੁਣ ਨਾ 11% ਜੀ ਦਾ ਫਰਕ ਹੈ, 11% ਜ਼ਿਆਦਾ ਹੈ। ਹਾਂ ਕਈ ਘਰਾਂ ਦੀਆਂ ਕਈ ਕਮਿਊਨਿਟੀਜ਼ 11 ਤੋਂ ਜ਼ਿਆਦਾ ਵੀ ਹੋਣਗੀਆਂ ਜੀ, ਕਈ ਘੱਟ ਹੋਣਗੀਆਂ ਜੀ। 11% ਆ ਜਿਹੜਾ ਉਹ ਜਿਹੜਾ ਐਵਰੇਜ ਕੱਢਿਆ ਜੀ। ਹੁਣ ਜਦੋਂ ਆਪਾਂ ਦੇਖਦੇ ਆ ਜਿਹੜੀ ਕੈਲਗਰੀ ਦੀ ਮਾਰਕੀਟ ਆ ਉਹਦੇ ਵਿੱਚ ਅਪਾਰਟਮੈਂਟ ਜ਼ਿਆਦਾ ਸੈਲ ਹੋਏ ਨੇ ਜੀ। ਹਾਂ ਬਿਲਕੁਲ, ਜਿਹੜੇ ਅਪਾਰਟਮੈਂਟਸ ਨੇ, ਕੌਂਡੋ ਜਿਹਨੂੰ ਆਪਾਂ ਕਹਿ ਦਿੰਦੇ ਆ। ਬਿਲਕੁਲ, ਅੱਛਾ ਜੀ।
ਜਿਹੜੇ ਲੋਕ ਹੈ ਨਾ ਉਹ ਕਾਂਡੋ ਵੱਲ ਜ਼ਿਆਦੇ ਇਸ ਕਰਕੇ ਧਿਆਨ ਦੇ ਰਹੇ ਆ ਜੀ, ਕੋਈ ਕੰਮ ਨਹੀਂ ਕਰਨਾ ਪੈਂਦਾ ਬਾਹਰ। ਠੰਡੀ ਸਿਟੀ ਹੈ, ਮੈਨੂੰ ਲੱਗਦਾ ਸਨੋ ਨਹੀਂ ਚੱਕਣੀ ਪੈਂਦੀ, ਲੈਂਡਸਕੇਪਿੰਗ ਨਹੀਂ ਕਰਨੀ ਪੈਂਦੀ, ਘਾਹ ਨਹੀਂ ਕੱਟਣਾ ਪੈਂਦਾ ਗਰਮੀਆਂ ਚ, ਸਾਰਾ ਕੁਝ ਹੈ। ਕਾਂਡੋ ਦਾ ਇਹ ਫਾਇਦਾ ਜੀ। ਹਾਂ, ਫੀਸ ਥੋੜੀ ਜੀ ਹੁੰਦੀ ਆ ਕਾਂਡੋ ਦੀ, $200-300 ਜਿਹੜਾ ਤੁਹਾਨੂੰ ਘਰੇ ਨਹੀਂ ਦੇਣਾ ਪੈਂਦਾ, ਪਰ ਉਹ ਜਿਹਾ ਤੁਹਾਨੂੰ ਕੰਮ ਜ਼ਿਆਦਾ ਕਰਨਾ ਪੈਂਦਾ ਜੀ। ਸੋ ਹੁਣ ਜਦੋਂ ਅਸੀਂ ਮਾਰਕੀਟ ਦੇਖਦੇ ਹਾਂ ਨਾ, ਮਾਰਕੀਟ ਦੇ ਵਿੱਚ ਕੀ ਹੋ ਰਿਹਾ ਜੀ, ਜਦੋਂ ਤੁਸੀਂ ਲਿਸਟਿੰਗ ਕਰਦੇ ਨਾ, ਕੋਈ ਜਿਹੜੇ ਰੀਅਲਟਰ ਹੈਗੇ ਆ ਉਹ ਲਿਸਟਿੰਗ ਤੇ 2 3 4 5 5 10 20 ਆਫਰਾਂ ਹੁੰਦੀਆਂ ਜੀ 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 ਜੀ। ਹੁਣ ਜਦੋਂ 15-20 ਆਫਰਾਂ ਇੱਕ ਪ੍ਰਾਪਰਟੀ ਤੇ ਆ ਗਈਆਂ ਤੇ ਉਹ ਪ੍ਰਾਈਸ ਤਾਂ ਵਧਣੀ ਹੈ, ਉਹ ਬੋਲੀ ਲੱਗਣ ਵਾਲੀ ਗੱਲ ਹੋ ਗਈ। ਜਿਹੜਾ ਹੈਗਾ ਨਾ ਡਿਮਾਂਡ ਤੇ ਸਪਲਾਈ ਜੀ, ਸਪਲਾਈ ਘੱਟ ਹੈ, ਡਿਮਾਂਡ ਜ਼ਿਆਦਾ ਹੈ। ਜਿਹੜੀ ਓਵਰਆਲ ਇਨਵੈਂਟਰੀ ਹੈ ਨਾ ਲਿਸਟਿੰਗਾਂ ਦੀ, ਉਹ ਬਹੁਤ ਥੋੜੀ ਹੈ ਇਸ ਵੇਲੇ ਜੀ 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 ਜੀ। ਸੋ ਬਾਇਰ ਜਿਹੜੇ ਆ ਜਦੋਂ ਬਾਹਰਲੀਆਂ ਹੋਰ ਸ਼ਹਿਰਾਂ ਚੋਂ ਆ ਰਹੇ ਇੱਥੇ ਤੇ ਉਹ ਜ਼ਿਆਦਾ ਆ ਰਹੇ ਆ ਜੀ ਜੀ ਜੀ। ਔਰ ਦੂਜੇ ਪ੍ਰੋਵਿੰਸਸ ਦੇ ਜੇ ਗੱਲ ਕਰੀਏ ਜਾਂ ਸਿਟੀਜ਼ ਦੀ ਗੱਲ ਕਰੀਏ ਤੇ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ 1.5% ਤੋਂ ਵੀ ਘੱਟ 1.4% ਤੱਕ ਦਾ ਵਾਧਾ ਹੋਇਆ, ਕਿਉਂਕਿ ਬਹੁਤ ਜ਼ਿਆਦਾ ਹੁੰਦਾ ਹੈ ਉੱਥੇ ਪਹਿਲਾਂ ਹੀ ਬਹੁਤ ਵਧਿਆ ਹੋਇਆ ਪ੍ਰਾਈਸ ਆ। ਔਰ ਕੈਲਗਰੀ ਦਾ ਜੇ ਦੇਖੀਏ ਤਾਂ 11%। ਸੋ ਟੋਰਾਂਟੋ, ਸਪੈਸ਼ਲੀ ਟੋਰਾਂਟੋ ਔਰ ਵੈਨਕੂਵਰ ਤੋਂ ਵੀ ਲੋਕੀ ਮੂਵ ਹੋ ਕੇ ਕੈਲਗਰੀ ਨੂੰ ਆ ਰਹੇ ਨੇ ਜੀ। ਮੈਂ ਇੱਕ ਲਿਸਟਿੰਗ ਕਰੀ ਸੀ ਇੱਥੇ ਫਾਲਕਨ ਵਿੱਚ ਜੀ, ਛੋਟਾ ਜਿਹਾ ਘਰ ਸੀ 1400 ਸਕੁਅਰ ਫੁੱਟ ਦਾ, 4,69,000 ਦੀ। ਅੱਛਾ ਜੀ, ਇਹ ਪਿਛਲੇ ਮਹੀਨੇ ਦੀ ਗੱਲ ਹੈ। ਅੱਛਾ, 10 ਕੁ ਦਿਨਾਂ ਬਾਅਦ ਉਹਦੇ ਤੇ ਆਫਰ ਆ ਗਈ, 4,69 ਦੀ ਸੀਗੀ ਆਫਰ, ਅਸੀਂ ਅਸੈਪਟ ਕਰ ਲਈ, ਜਿਹੜਾ ਸੈਲਰ ਸੀ ਉਹਨੇ 4,60,000 ਦੀ ਜੀ। ਉਦੋਂ ਬਾਅਦ ਉਹਦੇ ਤੇ ਜਿਹੜੀ ਇਨਸਪੈਕਸ਼ਨ ਹੋਈ, ਸਾਰਾ ਕੁਝ ਹੋ ਗਿਆ, ਪਰ ਉਹਦੀ ਜਿਹੜੀ ਨਾ ਫਾਈਨੈਂਸਿੰਗ ਨਹੀਂ ਹੋਈ। ਅੱਛਾ, ਜਿਹੜੇ ਇੰਟਰਸਟ ਰੇਟ ਵੱਧ ਗਏ, ਹੋਰ ਉਹਦੇ ਨਾਲ ਇਫੈਕਟ ਪੈਂਦਾ ਹੈ ਵੀ, ਪਰ ਉਹ ਦੇਖਦੇ ਵੀ ਅਸੀਂ ਜਿਹੜੀ ਪ੍ਰਾਈਸਾਂ ਵੱਧ ਰਹੀਆਂ। ਸੋ ਐਨੀਵੇ ਉਹ ਵਾਪਸ ਮਾਰਕੀਟ ਚ ਆ ਗਿਆ, ਇੱਕ ਹਫ਼ਤੇ ਬਾਅਦ ਹੋਰ ਇੱਕ ਆਫਰ ਅਸੈਪਟ ਕਰ ਲਈ, ਅੱਛਾ, ਜਿਹੜੀ ਪਹਿਲੀ ਆਫਰ ਤੋਂ ਜ਼ਿਆਦਾ। ਅੱਛਾ, ਉਹਦੀ ਵੀ ਇਨਸਪੈਕਸ਼ਨ ਹੋਈ, ਸਾਰਾ ਕੁਝ ਹੋ ਗਿਆ, ਤੇ ਜਦੋਂ ਫਾਈਨੈਂਸਿੰਗ ਜਿਹੜਾ ਦੂਜਾ ਬਾਇਰ ਸੀ ਉਹਦੀ ਵੀ ਨਹੀਂ ਹੋਈ। ਅੱਛਾ, ਮਾਰਗੇਜ ਨਹੀਂ ਹੋਈ। ਉਹ ਇੱਕ ਜਦੋਂ ਤੀਜੀ ਵਾਰੀ ਮਾਰਕੀਟ ਚ ਆਇਆ ਘਰ, ਤੀਜੀ ਆਫਰ ਹੋਰ ਆ ਗਈ ਉਹਦੇ ਤੇ। ਜਦੋਂ ਤੀਜੀ ਆਫਰ ਆਈ ਤੇ 2 ਆਫਰਾਂ ਇਕੱਠੀਆਂ ਆ ਗਈਆਂ। ਅੱਛਾ, ਉਹ ਘਰ ਵਿਕਿਆ ਜੀ 4,73,000 ਦਾ। ਅੱਛਾ, 4,69,900 ਦਾ ਲਾਇਆ ਸੀ ਨਾ, ਹਾਂ 4,69,900, ਪਰ 473 ਦਾ ਵਿਕਿਆ। 459 ਦਾ ਲੱਗਿਆ, 469 ਦਾ ਲੱਗਿਆ। ਅੱਛਾ ਜੀ, ਅੱਛਾ। ਸੋ ਹੁਣ ਦੇਖੋ ਉਹ ਤੋਂ ਕੀ ਲੱਗ ਰਿਹਾ, ਬਾਇਰ ਹੈ ਨਾ ਜਿਹੜਾ, ਉਹ ਡੈਸਪਰੇਟ ਹੈ। ਡੈਸਪਰੇਟ ਹੋ ਗਿਆ ਜੀ, ਬਿਲਕੁਲ। ਬਾਇਰ ਡੈਸਪਰੇਟ ਹੋਣ ਨਾਲ ਜਿਹੜੀ ਪ੍ਰਾਈਸ ਹੈ ਆਟੋਮੈਟਿਕਲੀ ਵੱਧ ਗਈ। ਇਹ ਘਰ ਹੈ ਨਹੀਂ ਜਾਂ ਕੀ, ਘਰ ਬਣ ਨਹੀਂ ਰਹੇ ਨਵੇਂ ਜਾਂ ਕੀ ਭਾਜੀ? ਨਹੀਂ, ਘਰ ਨਵੇਂ ਬਣ ਰਹੇ, ਪਰ ਜਿਹੜੀ ਸਿਚੁਏਸ਼ਨ ਹੈ ਨਾ ਇਸ ਵੇਲੇ ਮਾਰਕੀਟ ਦੇ ਵਿੱਚ ਇਨਵੈਂਟਰੀ ਬਹੁਤ ਘੱਟ ਹੈ, ਉਹਨੇ ਨਹੀਂ ਬਣ ਰਹੇ। ਹਾਂ, ਉਹਨੇ ਨਹੀਂ ਬਣ ਰਹੇ। ਜਿਹੜੇ ਰੀਸੈਲ ਵੀ ਪੁਰਾਣੇ ਘਰ ਹੁੰਦੇ ਆ, ਉਹਨੇ ਨਹੀਂ ਵਿਕ ਰਹੇ। ਔਰ ਜਿਵੇਂ ਅਸੀਂ ਪਹਿਲੀ ਖਬਰ 'ਚ ਵੀ ਕਿਹਾ ਕਿ 5 ਲੱਖ ਜਿਹੜੇ ਇਮੀਗ੍ਰੈਂਟਸ ਨੇ ਉਹ ਕੈਨੇਡਾ ਆਣਗੇ, ਔਰ ਹੌਟਸਪੌਟ ਕੈਲਗਰੀ ਜੇ ਹੋ ਜਾਵੇ, ਬਿਲਕੁਲ, ਤੇ ਉੱਚ ਲੱਖ ਬੰਦਾ ਵੀ ਜੇ ਲੱਖ ਵੀ ਆ ਗਿਆ ਤਾਂ 50,000 ਵੀ ਆ ਜਾਵੇ, ਮੈਂ ਕਹਿੰਦਾ, ਤੇ ਫੇਰ ਤਾਂ ਔਖਾ ਹੋ ਜਾਣਾ ਭਾਜੀ, ਬਹੁਤ ਔਖਾ ਜੀ। ਜੇ ਲੱਖ ਬੰਦਾ ਇੱਥੇ ਆ ਜਾਂਦਾ ਤਾਂ ਇੱਥੇ ਤਾਂ ਜਗ੍ਹਾ ਨਹੀਂ ਲੱਭਣੀ ਜੀ, ਬਿਲਕੁਲ ਬਿਲਕੁਲ। ਔਰ ਮੈਨੂੰ ਲੱਗਦਾ ਹਰ ਬੰਦੇ ਦੀ ਪਸੰਦ ਜਿਹੜਾ ਇਸ ਟਾਈਮ ਕੈਲਗਰੀ ਬਣਿਆ ਹੋਇਆ ਹੈ। ਐਲਬਰਟਾ ਦੇ ਵਿੱਚ ਵੀ ਕੈਲਗਰੀ ਜਿਹੜਾ, ਐਡਮਿੰਟਨ ਉਸ ਤੋਂ ਬਾਅਦ ਆਉਂਦਾ ਹੈ, ਔਰ ਐਡਮਿੰਟਨ ਤੱਕ ਪਹੁੰਚਦਿਆਂ ਹੋਰ ਕਈ ਸਿਟੀਜ਼ ਨੇ ਜੋ ਹੌਟਸਪੌਟ ਨੇ, ਜਿਵੇਂ ਮੈਡੀਸਨ ਹੈਡ ਕਹਿੰਦੇ ਨੇ ਅੱਜ ਕੱਲ ਐਲਬਰਟਾ ਦੇ ਵਿੱਚ, ਬਹੁਤ ਜ਼ਿਆਦਾ ਵਧੀਆ ਕਹਿੰਦੇ ਨੇ ਉੱਥੇ ਕੈਲਗਰੀ ਦੇ ਐਟ ਪਾਰ ਹੈ ਜੀ ਪ੍ਰਾਈਸਿਸ ਵਗੈਰਾ। ਬਿਲਕੁਲ। ਤੇ ਇੱਕ ਹੋਰ ਸ਼ਹਿਰ ਸੀਗਾ ਰੈਡ-ਡੀਅਰ ਕਹਿੰਦੇ ਬਹੁਤ ਜ਼ਿਆਦਾ ਵਧੀਆ। ਰੈਡ-ਡੀਅਰ ਬਹੁਤ ਵਧੀਆ ਸ਼ਹਿਰ ਹੈ ਜੀ। ਰੈਡ-ਡੀਅਰ ਕੈਲਗਰੀ ਤੇ ਐਡਮਿੰਟਨ ਦੇ ਆਲਮੋਸਟ ਵਿਚਾਲੇ ਆ। ਹਾਂ, ਲੋਕੀ ਡਰਾਈਵ ਕਰਕੇ ਕਈ ਵਾਰ ਦੋਨੇ ਸਿਟੀਜ਼ 'ਚ ਕੰਮ ਕਰਦੇ ਨੇ। ਆਪਣੇ ਜਿਹੜੇ ਲੋਕ ਹੈ ਨਾ, ਉਹ ਜ਼ਿਆਦਾ ਪਸੰਦ ਕਰਦੇ ਆ ਰਹਿਣਾ ਜਿੱਥੇ ਕੰਮ ਕਰਦੇ ਆ, ਪਰ ਬਹੁਤ ਜਿਹੜੇ ਗੋਰੇ ਆ ਨਾ, ਹਾਂਜੀ ਹਾਂਜੀ, ਆਪਣੇ ਵੀ ਕੁਝ ਹੈਗੇ ਆ ਉਹ ਜਿਹੇ, ਬਹੁਤ ਲੋਕ ਆ ਜਿਹੜੇ ਉਹ ਕੰਮ ਤੇ ਦੂਰੋਂ ਵੀ ਡਰਾਈਵ ਕਰਕੇ ਆਉਂਦੇ ਆ। ਹੁਣ ਬਹੁਤ ਲੋਕ ਆ ਜਿਹੜੇ ਰੈਡ-ਡੀਅਰ ਤੋਂ ਪੂਰੇ ਡਿਡਸਬਰੀ, ਓਲਡਸ ਰਹਿੰਦੇ ਆ, ਪਰ ਕੰਮ ਉਹ ਬਹੁਤ ਸਾਲਾਂ ਤੋਂ ਕੈਲਗਰੀ ਕਰਦੇ ਆ। ਅੱਛਾ, ਇੱਕ ਹੋਰ ਕਾਰਨ ਆ
ਜਿਹੜਾ IT ਦਾ ਕੰਮ ਭਾਜੀ ਅੱਜ ਕੱਲ ਹੋ ਗਿਆ ਨਾ ਆਨਲਾਈਨ ਰਿਮੋਟ, ਤੇ ਉਹਦੇ ਕਰਕੇ ਤਾਂ ਲੋਕ ਟੋਰਾਂਟੋ ਤਾਂ ਕਾਫੀ ਛੱਡ ਕੇ ਇੱਥੇ ਆ ਰਹੇ ਨੇ, ਕੰਮ ਉੱਥੇ ਕਰਦੇ ਨੇ ਰਿਮੋਟਲੀ। ਉਹ ਕਈ ਵਾਰ ਮਹੀਨੇ 'ਚ ਇੱਕ ਅੱਧੀ ਵਾਰ ਜਾਣਾ ਹੁੰਦਾ, ਕਹਿੰਦੇ ਆਪਾਂ ਟਿਕਟ ਕਰਕੇ ਚੱਲ ਜਾਂਦੇ ਆ, ਜਾਂ ਕਈ ਵਾਰ ਉਹ ਵੀ ਕੰਪਨੀ ਚ। ਕੋਵਿਡ ਜਦੋਂ ਹੋਇਆ ਉਦੋਂ ਕਰਤਾ ਜੀ, ਆਦਤਾਂ ਪਾਤੀਆਂ ਖਰਾਬ ਕਰ। ਕਹਿੰਦੇ ਜਿਹੜਾ ਘਰ ਉੱਥੇ ਮਿਲੀਅਨ ਦਾ ਲੈਣਾ ਸੀ ਇੱਥੇ 5 ਲੱਖ ਦਾ ਮਿਲ ਜਾਂਦਾ, ਤੇ 5 ਲੱਖ ਦੀ ਟਿਕਟਾਂ ਤਾਂ ਅਸੀਂ ਖਰਚਾਂਗੇ ਨਹੀਂ, ਸੋ ਫਿਰ ਵੀ ਅਸੀਂ ਪੈਸੇ ਵਧੀਆ ਬਚਾਈਏ। ਬਿਲਕੁਲ ਬਿਲਕੁਲ। ਜੇ ਕੈਲਗਰੀ ਆ ਸਕਦੇ ਨੇ, ਫਿਰ ਉਹਨਾਂ ਨੇ ਇਹੀ ਸੋਚਿਆ ਫਿਰ ਰੈਡੀਅਰ ਲੈ ਲੈਂਦੇ ਆ, ਸਿਲਵਰ ਲੇਕ ਲੈ ਲੈਂਦੇ ਆ, ਹੋਰ ਪਾਸੇ ਨੂੰ ਲੈ ਲੈਂਦੇ ਆ। ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਿਉਂਕਿ ਘਰਾਂ ਦੀ ਜਿਹੜੀ ਪ੍ਰਾਈਸ ਹੈ ਉਹ ਵੱਧਦੀ ਜਾ ਰਹੀ ਹੈ ਹਰ ਵੱਡੇ ਸ਼ਹਿਰ ਦੇ ਵਿੱਚ। ਦੇਖੋ ਸ਼ਿਵੀ ਜੀ, ਰੈਡੀਅਰ 1 ਘੰਟਾ ਲੱਗਦਾ ਕੈਲਗਰੀ ਨੂੰ, ਜੇ ਆਪਾਂ ਨਾਰਥ ਈਸਟ ਲਈਏ। ਜੇ ਡਾਊਨਟਾਊਨ ਦਾ ਲੈ ਲਈਏ ਤਾਂ 1.25 ਘੰਟਾ ਜੀ, ਜਾਂ 1.5 ਲਾ ਲਓ ਜੀ, ਲਾ ਲਓ। ਹਾਂ, ਉਹ ਬਹੁਤਾ ਟਾਈਮ ਨਹੀਂਗਾ ਆਪਾਂ ਨੂੰ ਲੱਗਦਾ ਇੱਥੇ। ਪਰ ਜਿਹੜੇ ਲੋਕ ਟੋਰਾਂਟੋ ਦੇ ਏਰੀਆ 'ਚ ਰਹਿੰਦੇ ਆ ਨਾ, ਉਹ 1 ਘੰਟਾ ਉਹਨਾਂ ਨੂੰ ਨਾਰਮਲ ਹੈ ਟਰੈਵਲ ਕਰਨਾ, ਕੰਮ ਤੇ ਜਾਣਾ ਜਾਂ ਕੰਮ ਤੋਂ ਆਉਣਾ। ਬਿਲਕੁਲ ਬਿਲਕੁਲ। ਉੱਥੇ ਰਸ਼ ਇੰਨਾ ਹੁੰਦਾ, ਬਹੁਤ ਜ਼ਿਆਦਾ ਜੀ, ਬਹੁਤ। ਕਈ ਵਾਰੀ ਘੰਟਾ ਲੱਗ ਜਾਂਦਾ ਉਹਦੇ, ਉੱਥੇ ਜਿਹੜਾ 401 ਹਾਈਵੇ ਆ ਉਹਦੇ 'ਚ ਸਟਕ ਹੋ ਜਾਂਦੇ। ਤਾਂ ਹੀ ਉਹਨਾਂ ਨੇ ਇੱਕ ਹੋਰ ਜਿਹੜਾ ਹਾਈਵੇ ਅੱਜ ਪੇ ਕਰਕੇ ਜਾਣ ਵਾਲਾ ਟੋਲ ਵੀ ਖੋਲਤਾ ਕਿ ਟ੍ਰੈਫਿਕ ਘੱਟ ਹੁੰਦਾ, ਪਰ ਟ੍ਰੈਫਿਕ ਉੱਤੇ ਵੀ ਬਹੁਤ ਜ਼ਿਆਦਾ ਹੁੰਦਾ। ਬਿਲਕੁਲ। ਤਾਂ ਮੈਨੂੰ ਲੱਗਦਾ ਇਹ ਵਾਕਈ ਏਦਾਂ ਦੇ ਕਾਰਨ ਨੇ ਜੋ ਕੈਲਗਰੀ ਵੱਲ ਖਿੱਚ ਜਿਹੜੀ ਆ ਪਾ ਰਹੇ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ। ਸੋ ਭਾਜੀ ਅੱਗੇ ਜਾਣ ਤੋਂ ਪਹਿਲਾਂ ਪੰਜਾਬ ਵੀ ਚੱਲਦੇ ਆ, ਪਰ ਇਸ ਸੈਗਮੈਂਟ ਦੇ ਜਿਹੜੇ ਸਪਾਂਸਰਸ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰ ਲੈਂਦੇ ਆ। ਹਰਪਿੰਦਰ ਸਿੱਧੂ ਔਰ ਲਵਪ੍ਰੀਤ ਸਿੱਧੂ ਜੀ, ਇਹ ਸਾਡਾ ਪ੍ਰੋਗਰਾਮ ਦਾ ਇਹ ਸੈਗਮੈਂਟ ਸਪਾਂਸਰ ਕਰ ਰਹੇ ਨੇ। ਸੁਪਰ ਵੀਜ਼ਾ ਇੰਸ਼ੋਰੈਂਸ ਹੋਵੇ, ਮੌਰਗੇਜ ਇੰਸ਼ੋਰੈਂਸ, ਜਾਂ ਕੋਈ ਵੀ ਕਿਸੇ ਵੀ ਟਾਈਪ ਦੀ ਜਿਹੜੀ ਇੰਸ਼ੋਰੈਂਸ ਹੈ, ਤੁਸੀਂ ਇਹਨਾਂ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਨੇ ਜੀ ਹਰਪਿੰਦਰ ਸਿੱਧੂ ਸਾਹਿਬ। ਇਹਨਾਂ ਦਾ ਜਿਹੜਾ ਈਮੇਲ ਹੈ harpinder@calgaryinsurancequotes.com ਹੈ, ਔਰ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ 4034043500 4034043500। ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇੰਸ਼ੋਰੈਂਸ ਤੁਸੀਂ ਲੈਣੀ ਹੈ, ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ, ਆਫ ਕੋਰਸ, ਤੁਹਾਨੂੰ ਸਾਰੇ ਹੀ ਭਾਸ਼ਾਵਾਂ ਦੇ ਵਿੱਚ ਸੇਵਾਵਾਂ ਦਿੰਦੇ ਨੇ। ਸੋ ਜਸਟ 1 ਕਾਲ ਅਵੇ, ਹਰਪਿੰਦਰ ਸਿੱਧੂ ਔਰ ਲਵਪ੍ਰੀਤ ਸਿੱਧੂ, ਇਹਨਾਂ ਨੂੰ ਕਾਲ ਕਰੋ ਔਰ ਜਾਣਕਾਰੀ ਤੁਸੀਂ ਲੈ ਸਕਦੇ ਹੋ। ਔਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਇਹਨਾਂ ਨੇ ਸਾਡਾ ਸੈਗਮੈਂਟ ਸਪਾਂਸਰ ਕੀਤਾ ਜੀ। ਸੋ ਭਾਜੀ ਪੰਜਾਬ ਇੰਸ਼ੋਰੈਂਸ ਦੀ ਗੱਲ ਹੋ ਗਈ, ਹੁਣ ਪੰਜਾਬ ਜਾਣ ਦੀ ਗੱਲ ਹੋ ਗਈ। ਬਿਲਕੁਲ, ਪੰਜਾਬ ਚੱਲਦੇ ਹਾਂ। ਚਲਿਏ ਫਿਰ, ਜਹਾਜ਼ ਕੱਢ ਲਵਾਂ ਫਿਰ ਮੈਂ? ਜਹਾਜ਼ ਬੈਲਟਾ ਬੁਲਟਾ ਬੰਨ ਲਓ, ਬੈਲਟਾ ਬੁਲਟਾ ਬੰਨ ਲਓ ਤੁਸੀਂ। ਬੈਲਟਾ ਬੰਨੀਆਂ ਹੈ, ਸਟੈਂਪੀਡ ਦਾ ਟਾਈਮ ਹੈ ਤੇ ਟ੍ਰੈਫਿਕ ਬਹੁਤ ਮਿਲਣਾ ਸਾਨੂੰ ਕੈਲਗਰੀ ਤੋਂ ਨਿਕਲਦੇ ਆ। ਏਅਰ ਟ੍ਰੈਫਿਕ ਵੀ ਮਿਲ ਸਕਦਾ। ਹਾਂ ਬਿਲਕੁਲ, ਰਸਤੇ 'ਚ ਪੁਲਿਸ ਵਾਲੇ ਵੀ ਖੜਾ ਸਕਦੇ ਕਿਤੇ ਉੱਡੇ ਜਾਂਦਿਆਂ ਨੂੰ। ਬਿਲਕੁਲ ਜੀ। ਸੋ ਜਿਵੇਂ ਅਸੀਂ ਗੱਲਬਾਤ ਕਰਦੇ ਸੀ ਕਿ ਭਾਜੀ ਕਿ ਹੜ੍ਹ ਆਇਆ ਹੋਇਆ ਕੈਲਗਰੀ ਦੇ ਵਿੱਚ ਲੋਕਾਂ ਦਾ, ਤੇ ਉੱਥੇ ਜਿਹੜੇ ਹੜ੍ਹ ਆ ਗਏ ਨੇ ਪੰਜਾਬ ਦੇ ਵਿੱਚ ਜਾਂ ਆਸ-ਪਾਸ ਦੇ, ਪਹਿਲਾਂ ਰਸਤੇ 'ਚੋਂ ਸ਼ੇਰ ਸੁਣਾ ਦਈਏ। ਹਾਏ ਹੋਏ, ਚਲੋ ਹੜ੍ਹਾਂ ਨੂੰ ਰੋਕ ਕੇ ਪਹਿਲਾਂ ਤੁਹਾਡਾ ਜਿਹੜਾ ਅੰਦਰੋਂ ਜਿਹੜਾ ਅੰਦਰਲੀ ਜਿਹੜੀ ਫੀਲਿੰਗ ਹੈ ਉਹਦੀ ਗੱਲਬਾਤ ਕਰ ਲੈਂਦੇ ਆ। ਜੀ ਜੀ, ਇਰਸ਼ਾਦ। ਉਹ ਕਹਿੰਦੇ ਜੀ, ਹੋਇਆ ਸਭ ਤੋਂ ਇਹ ਖਾਸ। ਅੱਛਾ। ਨਾ ਇਹ ਆਮ ਲੱਗਦਾ, ਹੋਇਆ ਸਭ ਤੋਂ ਇਹ ਖਾਸ, ਨਾ ਇਹ ਆਮ ਲੱਗਦਾ, ਦੁਨੀਆ ਦਾ ਸਭ ਤੋਂ ਸੋਹਣਾ ਲਫ਼ਜ਼ ਮੈਨੂੰ ਤੇਰਾ ਨਾਮ ਲੱਗਦਾ। ਹਾਏ 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 ਹਾਏ, ਦੁਨੀਆ ਦਾ ਸਭ ਤੋਂ ਸੋਹਣਾ ਲਫ਼ਜ਼ ਮੈਨੂੰ ਤੇਰਾ ਨਾਮ ਲੱਗਦਾ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ ਜੀ। ਇਹ ਤਾਂ ਕਹਿੰਦੇ ਨੇ ਨਾ ਅਬ ਤੋਂ ਅਬ ਰੁਲਾਓਗੇ ਕਿਆ। ਮੈਂ ਉਹੀ ਤੁਹਾਨੂੰ ਕਹਿੰਦਾ ਸੀ ਨਾ ਵੀ ਉਹ ਜਦੋਂ ਮੈਂ ਕਲੋਨੇ ਸੀਗਾ, ਉਹ ਮੈਂ ਇਕੱਲਾ ਹੀ ਬੈਠਾ ਸੀ ਉੱਥੇ, ਤੇ ਮੈਂ ਕਿਹਾ ਵੀ ਨਾਲ ਜਦੋਂ ਕੋਈ ਬੈਠਾ ਹੋਵੇ ਨਾ। ਕੀ ਬਾਤ ਹੈ, ਸਹੀ ਗੱਲ ਹੈ ਜੀ। ਇਹ ਤਾਂ ਬੜੇ ਲੱਭ ਕੇ ਲੈ ਕੇ ਆਉਂਦੇ ਨੇ, ਔਰ ਮੈਨੂੰ ਪਤਾ ਹੈ ਕਿ ਕਿਹਨੂੰ ਤੁਸੀਂ ਸੁਣਾਉਂਦੇ ਹੋ। ਕੋਈ ਗੱਲ ਨਹੀਂ, ਉੱਥੇ ਤੱਕ ਉਹ ਭਾਵੇਂ ਕਲੋਨੇ ਬੈਠੋ ਭਾਵੇਂ ਕੈਲਗਰੀ, ਉਹ ਕਹਿ ਲਓ ਉਹਨਾਂ ਤੱਕ ਪਹੁੰਚ ਗਿਆ ਹੋਣਾ। ਕਿਸਕਾ ਨਾਮ ਲੱਗਦਾ ਹੈ ਪਹੁੰਚ ਗਿਆ ਹੋਣਾ। ਸੋ ਭਾਜੀ ਹੜ੍ਹਾਂ ਦੀ ਗੱਲ ਕਰਦੇ ਆ, ਪੰਜਾਬ ਪਹੁੰਚ ਗਏ ਅਸੀਂ। ਪੰਜਾਬ ਪਹੁੰਚ ਗਏ ਠੀਕ ਔਰ ਇੱਥੇ ਹੁਣ ਕੀ ਕਹਿੰਦੇ ਨੇ, ਲੈਂਡਿੰਗ ਕਰਨ ਨੂੰ ਸਾਨੂੰ ਕੋਈ ਸਪੇਸ ਨਹੀਂ ਮਿਲ ਰਹੀ ਕਿਉਂਕਿ ਪਾਣੀ ਭਰਿਆ ਹੋਇਆ। ਤਾਂ ਮੈਨੂੰ ਲੱਗਦਾ ਇੱਥੋਂ ਹੀ ਅਸੀਂ ਗੱਲਾਂ ਬਾਤਾਂ ਕਰਕੇ ਵਾਪਸ ਮੇਰਾ ਖਿਆਲ ਐਤਕੀ ਉੱਤਰ ਨੂੰ ਰਹਿਣ ਦਿੰਦੇ ਨਹੀਂ ਉਤਰ ਪਾਉਣਾ ਭਾਜੀ, ਹੈ ਨਾ। ਜੇ ਉਤਰ ਗਏ ਫਿਰ ਟੇਕ ਆਫ ਨਹੀਂ ਹੋਣਾ। ਸੋ ਕਹਿੰਦੇ ਕਿ ਪੰਜਾਬ ਦੇ ਵਿੱਚ ਸਪੈਸ਼ਲੀ ਮੋਹਾਲੀ ਏਰੀਆ, ਚੰਡੀਗੜ੍ਹ ਦੇ ਵਿੱਚ ਜਾਂ ਆਸ-ਪਾਸ ਦਾ ਜਿੰਨਾ ਵੀ ਪੂਰਾ ਪੰਜਾਬ ਹੀ ਕਹਿ ਲਓ ਇੱਕ ਤਰ੍ਹਾਂ ਤੋਂ ਡੁੱਬਿਆ ਹੋਇਆ ਜੀ ਫਲੱਡਸ ਦੇ ਵਿੱਚ। ਇਹ ਇੰਨਾ ਕੁ ਜ਼ਿਆਦਾ ਹੋ ਗਿਆ ਕਿ ਕਈਆਂ ਨੇ ਤਾਂ ਵੀਡੀਓਜ਼ ਬਣਾ ਕੇ ਮਜ਼ਾਕ ਵੀ ਬਣਾਇਆ, ਸਰਕਾਰਾਂ ਤੱਕ ਵੀ ਮੈਸੇਜ ਪਹੁੰਚਾਇਆ ਕਿ ਲੇਕ ਘੁੰਮਣ ਦੀ ਲੋੜ ਨਹੀਂ, ਤੁਸੀਂ ਸਾਡੇ ਪਿੰਡ ਆ ਜਾਓ, ਇੱਥੇ ਬੋਟਿੰਗ ਕਰ ਸਕਦੇ ਹੋ। ਇੱਦਾਂ ਦੇ ਕਈ ਚੀਜ਼ਾਂ ਵਾਇਰਲ ਵੀ ਹੋ ਰਹੀਆਂ ਨੇ, ਪਰ ਉਹਦੇ ਨਾਲ ਕੰਮ ਵੀ ਬੜੇ ਅਫੈਕਟਡ ਹੋ ਰਹੇ ਨੇ ਉੱਥੇ। ਲੋਕਾਂ ਦੇ ਕੰਮ, ਆਵਾਜਾਈ ਜਿਹੜੀ ਹੈ ਅਫੈਕਟ ਹੋ ਰਹੀ ਹੈ। ਔਰ ਇਹ ਪਹਿਲੀ ਵਾਰ ਨਹੀਂ ਹੈ ਜੋ ਏਦਾਂ ਹੋਇਆ, ਹਰ ਸਾਲ ਹੀ ਹੁੰਦਾ। ਸੋ ਇੰਤਜ਼ਾਮ ਕਿਉਂ ਨਹੀਂ ਹੋ ਰਹੇ?
ਦੇਖੋ ਸ਼ੁਰੂ ਹੋਇਆ ਇਹ ਹਿਮਾਚਲ ਤੋਂ ਜੀ, ਜਿਹੜੇ ਮੀਂਹ ਪੈਣੇ ਸ਼ੁਰੂ ਹੋਏ ਨਾ, ਜੀ। ਹੌਲੀ ਹੌਲੀ ਹਿਮਾਚਲ ਤੋਂ ਫਿਰ ਹਰਿਆਣੇ ਚ ਆ ਗਏ, ਹਰਿਆਣੇ ਤੋਂ ਅੱਗੇ ਆ ਗਏ ਜੀ, ਹਾਂ। ਤੁਸੀਂ ਇਹਨੂੰ ਇੰਤਜ਼ਾਮ ਕਾਹਤੋਂ ਨਹੀਂ ਕਰਦੇ? ਜੀ, ਜਿਹੜੀਆਂ ਸਰਕਾਰਾਂ ਹੈ ਨਾ ਹੁਣ ਤੱਕ ਉੱਥੋਂ ਦੀਆਂ ਰਹੀਆਂ, ਉਹ ਬਿਜ਼ੀ ਆ ਬਾਕੀ ਕੰਮਾਂ 'ਚ ਜੀ। ਉਹਨਾਂ ਕੋਲ ਟਾਈਮ ਨਹੀਂਗਾ ਵੀ ਪ੍ਰੋਪਰ ਜਿਹੜਾ ਸੂਅਰ ਸਿਸਟਮ ਹੈ, ਜੀ, ਜਦੋਂ ਕਿਤੇ ਜੇ ਫਲੱਡ ਆਉਂਦਾ ਤਾਂ ਉਹਨੂੰ ਦੇਖਭਾਲ ਕਰੀ ਜਾਵੇ। ਹੁਣ ਪਾਣੀ ਭਰ ਗਿਆ, ਸਾਰਾ ਪੰਜਾਬ ਡੁੱਬਿਆ ਹੈ ਪਾਣੀ 'ਚ। ਬਿਲਕੁਲ ਜੀ, ਬਿਲਕੁਲ। ਕਿਸੇ ਨੇ ਜਦੋਂ ਪਾਣੀ ਖਤਮ ਹੋ ਗਿਆ ਨਾ, ਚਲੋ ਹੋਰ 1 2 4 ਦਿਨ ਲੱਗ ਗਏ, ਉਦੋਂ ਬਾਅਦ ਕਿਸੇ ਨੇ ਬਿਲਕੁਲ ਧਿਆਨ ਨਹੀਂ ਦੇਣਾ ਇਹਦੇ ਪਾਸੇ। ਚਲੋ ਜਿੰਨਾ ਚਿਰ ਠੀਕ ਹੋ ਗਿਆ, ਲਾਈਟ ਆ ਗਈ, ਹਾਂ, ਜਿੰਨਾ ਚਿਰ ਅਗਲਾ ਜੀ ਇਸ ਤਰ੍ਹਾਂ ਨਹੀਂ ਹੁੰਦਾ, ਹੜ ਨਹੀਂ ਆਵੇ। ਹਾਂ, ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਜਦੋਂ ਵੀ ਜਿਹੜੇ ਮਰਜ਼ੀ ਸ਼ਹਿਰ 'ਚ ਦੇਖ ਲਓ, ਜੇ ਇਕੱਲੇ ਸਪੋਜ਼ ਕਰੋ ਬਠਿੰਡੇ 'ਚ ਮੀਂਹ ਪਿਆ ਜੀ, ਤਾਂ ਉਹ ਬਠਿੰਡੇ 'ਚ ਹੀ ਬੱਸ ਹੋ ਜਾਂਦੀ ਹੈ। ਬਿਲਕੁਲ। ਹੁਣ ਤਾਂ ਸਾਰੇ ਹੀ ਪੈ ਗਿਆ ਨਾ, ਹੁਣ ਤਾਂ ਬਠਿੰਡਾ ਵੀ, ਮੋਗਾ ਵੀ, ਮੋਹਾਲੀ ਵੀ, ਚੰਡੀਗੜ੍ਹ ਵੀ, ਪੰਚਕੂਲਾ ਵੀ, ਪੰਚਕੂਲਾ ਵੀ। ਜੀ, ਜੀ। ਉਹ ਰਾਈਟ, ਉੱਥੇ ਡੈਮ ਜਿਹੜਾ ਸੀਗਾ ਉਹਨਾਂ ਨੂੰ ਖੋਲਣੇ ਪਏ, ਉਹਦੇ ਫਲੱਡ ਗੇਟ, ਕੌਸ਼ਲਿਆ ਡੈਮ ਜਿਹੜਾ। ਹਾਂ, ਹਾਂਜੀ, ਹਾਂਜੀ, ਹਾਂਜੀ। ਸੋ ਹੁਣ ਜਦੋਂ ਉਹ ਜਿਹੜੇ ਫਲੱਡ ਗੇਟ ਖੋਲਤੇ, ਉਹਦੇ ਨਾਲ ਪਾਣੀ ਹੋਰ ਆ ਜਾਣਾ। ਜੀ, ਪਾਣੀ ਤਾਂ ਪਹਿਲਾਂ ਹੀ ਜਿਹੜਾ ਬਹੁਤ ਜ਼ਿਆਦਾ ਹੋਇਆ ਹੋਇਆ। ਜੀ, 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 ਜੀ। ਸੋ ਇਹਦਾ ਮੈਨੂੰ ਲੱਗਦਾ ਇਲਾਜ ਤਾਂ ਪਤਾ ਨਹੀਂ ਕਦੋਂ ਹੋਣਾ ਹੈ, ਕਿਵੇਂ ਹੋਣਾ, ਇੰਤਜ਼ਾਮ ਕਦੋਂ ਹੋਣੇ ਹੈ, ਪਰ ਇਹ ਹੈ ਕਿ ਇਸ ਟਾਈਮ ਵਾਕਈ ਜਿਹੜਾ ਹੈ ਉਹ ਡੁੱਬਿਆ ਹੋਇਆ। ਕਈ ਏਰੀਆਜ਼ ਦੇ ਵਿੱਚ ਭਾਜੀ 22 24 ਘੰਟੇ ਹੋ ਗਏ, ਲਾਈਟ ਵੀ ਨਹੀਂ ਆ ਰਹੀ। ਇਹਦਾ ਕੋਈ ਇਲਾਜ ਨਹੀਂ ਜੀ ਹੁਣ। ਜੀ, ਉਹ ਪੰਜਾਬੀ 'ਚ ਆਪਾਂ ਕਹਿੰਦੇ ਹੁੰਦੇ ਨਾ, ਰੱਬ ਆਸਰੇ ਚੱਲਣਾ ਕਰ। ਨਹੀਂ, ਵਾਕਈ ਜੀ। ਸੋ ਰੱਬ ਆਸਰੇ ਜਦੋਂ ਚੱਲੂਗਾ ਕੰਮ, ਦੇਖਦੇ ਆ। ਪਰ ਜਿਹੜੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ, ਉਹਨਾਂ ਨੇ ਵੀ ਬਿਆਨ ਦੇ ਵਿੱਚ ਕਿਹਾ ਕਿ ਕੁਛ ਨਾ ਕੁਛ ਜ਼ਰੂਰ ਕਰਨਗੇ, ਔਰ ਜਿਹੜੀ ਸਿਚੁਏਸ਼ਨ ਕਿੱਦਾਂ ਦੀ ਵੀ ਉਹ ਹੈਂਡਲ ਕਰਨਗੇ। ਪਰ ਅਜੇ ਭਾਵੇਂ ਹਰਿਆਣੇ ਦੇ ਚੀਫ ਮਿਨਿਸਟਰ ਦੀ ਵੀ ਗੱਲ ਕਰੀਏ, ਮਨੋਹਰ ਲਾਲ ਦੀ, ਉਹਨਾਂ ਨੇ ਵੀ ਡੈਮ ਨੂੰ ਕੀਤਾ ਜੀ ਵਿਜ਼ਿਟ, ਬਟ ਉਹਨਾਂ ਨੇ ਖੋਲ ਦਿੱਤੇ ਜੀ ਗੇਟ, ਕਹਿੰਦੇ ਨਹੀਂ। ਉੱਥੇ ਵਿਜ਼ਿਟ ਕਰਕੇ ਕੀ ਕਰਨਗੇ ਜੀ? ਕੁਝ ਨਹੀਂ ਹੋਣਾ। ਦੇਖੋ, ਬਹੁਤ ਲੋਕਾਂ ਦੀ ਮੌਤ ਵੀ ਹੋਈ ਹੈ ਇਹਦੇ 'ਚ, ਜਦੋਂ ਪਾਣੀ ਹੀ ਇੰਨਾ ਆ ਗਿਆ। ਹਰ ਸਾਲ ਹੀ ਮਰਦੇ, ਹਰ ਸਾਲ। ਜੀ। ਜਿਹੜੀ ਗੱਲ ਤੁਸੀਂ ਕਰੀ ਸੀ ਵੀ ਕਿਸ਼ਤੀਆਂ ਵਾਲੀ ਬੋਟ, ਉਹ ਤਾਂ ਤੁਸੀਂ ਜਿੱਥੇ ਮਰਜੀ ਮੋਹਾਲੀ, ਜੇ ਮੇਰਾ ਖਿਆਲ ਜੇ ਸੜਕਾਂ ਜਾ ਕੇ ਦੇਖੋ ਤਾਂ ਉਹ ਸਾਰੇ ਕਿਸ਼ਤੀਆਂ ਵਾਲਾ ਹੀ ਕੰਮ ਹੈ ਜੀ। ਸੁਖਨਾ ਲੇਕ ਜਿਹੜੀ ਹੈ ਉਹ ਜ਼ਿਆਦਾਤਰ ਬਹੁਤ ਉੱਚੀ ਬਣਾਈ ਹੋਈ ਹੈ ਜੀ, ਉਹ ਵੀ ਫਲੱਡ ਦੇ ਵਿੱਚ ਆਈ ਹੋਈ ਹੈ। ਸੋ ਤੁਸੀਂ ਹਿਸਾਬ ਲਾ ਲਓ, ਜੇ ਉੱਥੇ ਤੱਕ ਪਾਣੀ ਪਹੁੰਚ ਸਕਦਾ ਉੱਪਰ ਤੱਕ, ਬਿਲਕੁਲ, ਤੇ ਉਹ ਪਾਣੀ ਜਿਹੜਾ ਹੈ ਲੈਵਲ ਕਿੱਥੇ ਤੱਕ ਹੋਊਗਾ। ਹੁਣ ਜਿਹੜਾ ਪਾਣੀ 4-5 ਦਿਨ ਵੀ ਜੇ ਖੜ ਗਿਆ ਜੀ, ਜਿਹੜੇ ਮਕਾਨ ਹੈ ਉਹਨਾਂ ਨੂੰ, ਜਿਹੜੀ ਉਹ ਕੰਧਾਂ ਹੈ ਉਹਨਾਂ ਨੂੰ ਵੀ ਇਫੈਕਟ ਹੋਣਾ ਇਹਦਾ ਜੀ। ਡੇਲੀ ਦੇ ਕੰਮ ਰੁਕ ਗਏ ਜੀ, ਬਿਲਕੁਲ, ਹਰ ਰੋਜ਼ ਦੇ ਕੰਮ ਰੁਕ ਗਏ। ਹਾਂ, ਜਿਨ੍ਹਾਂ ਨੇ ਮੋਟਰਸਾਈਕਲ ਤੋਂ ਜਾਣਾ ਹੁੰਦਾ ਹੈ, ਜਿਨ੍ਹਾਂ ਨੇ ਰਿਕਸ਼ੇ ਤੋਂ ਜਾਣਾ ਹੁੰਦਾ ਹੈ, ਟੈਕਸੀਆਂ ਤੋਂ ਜਾਣਾ ਹੁੰਦਾ, ਘਰੋਂ ਬਾਹਰ ਨਿਕਲ ਕੇ ਬੱਸਾਂ ਨਹੀਂ ਹੁੰਦੀਆਂ। ਜਿਹੜੇ ਬੰਦੇ ਸਪੋਜ਼ ਕਰੋ ਉਹ ਰਕਸ਼ਾ ਚਲਾ ਕੇ ਸ਼ਾਮ ਦੀ ਰੋਟੀ ਖਾਂਦੇ ਆ, ਉਹ ਕੀ ਕਰਨਗੇ? ਨਹੀਂ ਜੀ, ਇਹ ਤਾਂ ਬਹੁਤ ਵੱਡਾ ਇੱਕ ਮਸਲਾ ਹੈ। ਮੈਨੂੰ ਲੱਗਦਾ ਹਰ ਸਾਲ ਹੀ ਅਸੀਂ ਇਹ ਖਬਰਾਂ ਜ਼ਰੂਰ ਸਾਂਝੀਆਂ ਕਰਦੇ ਹਾਂ, ਪਰ ਇਸ ਤੋਂ ਬਾਅਦ ਖਬਰ ਹੀ ਬਣ ਕੇ ਰਹਿ ਜਾਂਦੀ, ਜਿਵੇਂ ਮੈਂ ਸਾਹਮਣੇ ਕਿਹਾ। ਔਰ ਖਬਰ ਤੋਂ ਬਾਅਦ ਜਦੋਂ ਲਾਈਟ ਆ ਜਾਂਦੀ ਹੈ, ਪਾਣੀ ਸਾਰਾ ਠੀਕ ਹੋ ਜਾਂਦਾ, ਆਪਾਂ ਕਹਿੰਦੇ ਵਾਹ ਵਾਹ ਵਾਹ, ਮੌਨਸੂਨ ਤੋਂ ਮਜ਼ਾ ਹੀ ਆ ਗਿਆ, ਵੀਡੀਓ ਬਣਾ ਕੇ ਸੈਲਫੀਆਂ ਖਿੱਚ ਕੇ ਚੱਲ ਬਈ ਭੁੱਲ ਗਏ, ਅੱਗੇ ਚਲੋ ਜੀ। ਸੋ ਮੈਨੂੰ ਲੱਗਦਾ ਜਨਤਾ ਵੀ ਕਈ ਵਾਰ ਏਦਾਂ ਦਾ ਕੰਮ ਕਹਿੰਦੀ ਕਿ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਅਗਲੇ ਸਾਲ ਦੇਖਾਂਗੇ। ਹੁਣ ਦੇਖੋ, ਗੱਲ ਕੱਲੀ ਜਨਤਾ ਦੀ ਨਹੀਂ ਗੀ, ਗੱਲ ਜਦੋਂ ਕੋਈ ਨੁਕਸਾਨ ਹੁੰਦਾ ਹੈ ਨਾ ਜੀ, ਉਹ ਨੁਕਸਾਨ ਤੋਂ ਬਾਅਦ ਜਦੋਂ ਠੀਕ ਹੋ ਗਿਆ, ਉਹਦੇ ਤੇ ਕੰਮ ਕਰਨਾ ਚਾਹੀਦਾ। ਉਹ ਕਿਸੇ ਵੀ ਉਹਦਾ ਹੋਵੇ, ਕਿਸੇ ਵੀ ਸਰਕਾਰ ਨੇ ਕੋਈ ਕੰਮ ਨਹੀਂ ਕਰਿਆ ਜੀ। ਪਾਣੀ ਦੇਖੋ, ਇੱਥੇ ਜਦੋਂ ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਜਦੋਂ ਸਬ ਡਿਵੀਜ਼ਨ ਨਵੀਂ ਬਣਦੀ ਆ, ਉਹ ਸਾਰਾ ਕੁਝ ਇੰਜੀਨੀਅਰ ਹੋ ਕੇ ਜਿਹੜੇ ਕਿਹੜੇ ਪਾਸੇ ਨੂੰ ਪਾਣੀ ਜਾਣਾ, ਕਿਵੇਂ ਹੋਣਾ, ਉੱਥੇ ਇਹ ਬਣਾਉਂਦੇ ਆ। ਉਹ ਪੌਂਡ ਵੀ ਬਣਾਉਂਦੇ ਆ ਵਿੱਚ ਵੀ, ਜੇ ਪਾਣੀ ਆ ਜਾਵੇ ਤਾਂ ਉਹ ਪੌਂਡ ਹੈ ਜਿਹੜਾ ਉਹ ਪਾਣੀ ਉਹਦੇ ਜਾ ਸਕੇ। ਪਰ ਉੱਥੇ ਤਾਂ ਇਹੋ ਜਿਹਾ ਕੋਈ ਸਿਸਟਮ ਹੀ ਨਹੀਂਗਾ। ਜੀ 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 ਜੀ, ਬਿਲਕੁਲ। ਦੇਖਦੇ ਹਾਂ ਜੀ, ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਜਿਹੜੇ ਹਾਲਾਤ ਠੀਕ ਹੋਣ, ਤੇ ਕਈ ਏਰੀਆਜ਼ ਦੇ ਵਿੱਚ ਮੀਂਹ ਬੰਦ ਵੀ ਹੋ ਗਿਆ ਹੈ, ਔਰ ਮੈਨੂੰ ਲੱਗਦਾ ਹੈ ਕਿ ਸਿਚੁਏਸ਼ਨ ਜਿਹੜੀ ਇੱਕ ਆਮ ਬੰਦੇ ਲਈ ਛੇਤੀ ਤੋਂ ਛੇਤੀ ਠੀਕ ਹੋ ਜਾਵੇ ਭਾਜੀ। ਪਰ ਇਸ ਦੇ ਨਾਲ ਭਾਜੀ ਇੱਕ ਹੋਰ ਚੀਜ਼ ਜਿਹੜੀ ਹੈ ਉਹ ਆਈ ਹੈ ਕਿ ਜਿੱਥੇ ਪੰਜਾਬ ਦੇ ਫਾਰਮਰ ਡਿਪਟੀ ਚੀਫ ਮਿਨਿਸਟਰ ਓਪੀ ਸੋਨੀ ਸਾਹਿਬ, ਹਾਂਜੀ, ਉਹਨਾਂ ਨੂੰ ਫੜ ਲਿਆ ਗਿਆ ਜੀ, ਗ੍ਰਿਫਤਾਰ ਕਰ ਲਿਆ ਗਿਆ।
ਕੀ ਹੈ ਭਾਜੀ ਮਾਮਲਾ? ਉਹ ਇੱਕ ਦੋ ਵਾਰੀ ਵਿਜੀਲੈਂਸ ਨੇ ਇੰਟਰਵਿਊ ਕਰੀ ਸੀ, ਉਹਨਾਂ ਦੇ ਛਾਪੇ ਛੁਪੇ ਮਾਰ ਕੇ ਚੈਕਿੰਗ ਕਰੀ ਸੀਗੀ ਜੀ, ਪਰ ਮੰਦਭਾਗੀ ਖਬਰ ਇਹ ਹੈ ਵੀ ਹੁਣ ਉਹ ਲੈ ਗਏ ਫੜ ਕੇ ਜੀ। ਜੇ ਓਪੀ ਸੋਨੀ ਦੀ ਗੱਲ ਕਰਦੇ ਆ ਜੀ, 1997 ਚ ਪਹਿਲੀ ਵਾਰੀ ਇੰਡੀਪੈਂਡੈਂਟ ਜੀ ਅੰਮ੍ਰਿਤਸਰ ਤੋਂ ਉਹਨਾਂ ਨੇ ਇਲੈਕਸ਼ਨ ਲੜੀ ਸੀ ਜੀ ਤੇ ਜਿੱਤ ਗਏ ਸੀ। ਜੀ 2002 ਚ ਫੇਰ ਇੰਡੀਪੈਂਡੈਂਟ ਤੇ 2007 ਚ ਫੇਰ ਉਹ ਕਾਂਗਰਸ ਚ ਜੀ ਸ਼ਾਮਲ ਹੋ ਗਏ ਸੀਗੇ ਤੇ ਉਦੋਂ ਵੀ ਜਿੱਤ ਗਏ ਸੀ। ਜੀ। ਹੁਣ ਜਿਹੜੀ ਪਿਛਲੀ ਸਰਕਾਰ ਸੀਗੀ ਉਹਦੇ ਥੋੜਾ ਜਿਹਾ ਟਾਈਮ ਉਹ ਉਪ ਚੀਫ ਮਿਨਿਸਟਰ ਰਹੇ। ਹਾਂਜੀ। ਸੋ ਜਦੋਂ ਥੋੜੇ ਜਿਹੇ ਟਾਈਮ ਦੇ ਵਿੱਚ ਇੰਨੀਆਂ ਪ੍ਰਾਪਰਟੀਆਂ ਐਸੈਟਸ ਜਿਹੜੇ ਦੱਸੇ ਜਾ ਰਹੇ ਨੇ, ਡਿਕਲੇਅਰ ਕੀਤੇ ਜਾ ਰਹੇ ਨੇ, ਇਹ ਥੋੜੇ ਜਿਹੇ ਟਾਈਮ ਚ ਆਏ ਆ? ਤੁਸੀਂ ਜਿਹੜਾ ਦੇਖੋ ਇਹ ਜਿਹੜੇ ਉੱਥੇ ਪੋਲੀਟੀਸ਼ੀਅਨ ਹੈ ਨਾ, ਜਿਹੜੇ ਕਾਂਗਰਸੀ ਸੀਗੇ ਜੀ ਤੇ ਅਕਾਲੀ ਸੀ, ਮੈਨੂੰ ਲੱਗਦਾ ਇਹਨਾਂ ਨੂੰ ਨਾ ਇੱਕ ਭੁਲੇਖਾ ਸੀਗਾ ਬਈ ਕਦੇ ਕਾਂਗਰਸ ਜਿੱਤ ਗਈ, ਕਦੇ ਅਕਾਲੀ ਦਲ ਜਿੱਤ ਗਿਆ, ਕਦੇ ਕਾਂਗਰਸ ਜਿੱਤ ਗਈ, ਕਦੇ ਅਕਾਲੀ ਦਲ ਜਿੱਤ ਗਿਆ। ਨਾ ਜਿਹੜੇ ਅਕਾਲੀ ਆ ਉਹ ਕਾਂਗਰਸੀਆਂ ਨੂੰ ਕੁਝ ਕਹਿੰਦੇ ਸੀ, ਨਾ ਕਾਂਗਰਸੀ ਅਕਾਲੀਆਂ ਨੂੰ ਕੁਝ ਕਹਿੰਦੇ ਸੀ। ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸ਼ਾਇਦ ਕੋਈ ਤੀਜੀ ਧਿਰ ਵੀ ਆ ਸਕਦੀ ਹੈ। ਜੀ ਜੀ ਜੀ। ਸੋ ਜਦੋਂ ਤੀਜੀ ਧਿਰ ਆ ਗਈ, ਤੀਜੀ ਧਿਰ ਨੇ ਸਪੈਸ਼ਲੀ ਜੇ ਇਕੱਲੇ ਮਾਨ ਸਾਹਿਬ ਦੀ ਗੱਲ ਕਰੀਏ, ਭਗਵੰਤ ਮਾਨ ਦੀ ਜੀ, ਉਹਨਾਂ ਨੇ ਹਮੇਸ਼ਾ ਹੀ ਇਹ ਕਿਹਾ ਵੀ ਜਿਹੜਾ ਵੀ ਕੋਈ ਬੰਦਾ, ਚਾਹੇ ਉਹ ਮੇਰਾ ਰਿਸ਼ਤੇਦਾਰ ਆ, ਚਾਹੇ ਉਹ ਕਿਸੇ ਪਾਰਟੀ ਦਾ, ਜੇ ਉਹ ਕਿਤੇ ਸਾਨੂੰ ਪਤਾ ਲੱਗ ਗਿਆ ਵੀ ਉਹਨੇ ਹੇਰਾ ਫੇਰੀ ਕੋਈ ਕਰੀ ਆ ਤਾਂ ਅਸੀਂ ਉਹਦੇ ਤੇ ਪੂਰੀ ਕਾਰਵਾਈ ਕਰਾਂਗੇ। ਹੁਣ ਕਾਰਵਾਈ ਉਹਨਾਂ ਨੇ ਕਰੀ, ਉਹਨਾਂ ਨੇ ਜਿਹੜੀ ਵਿਜੀਲੈਂਸ ਡਿਪਾਰਟਮੈਂਟ ਆ ਉਹਨਾਂ ਨੇ ਆਪਦਾ ਜੋ ਇਨਵੈਸਟੀਗੇਸ਼ਨ ਕਰੀ ਕਰਕੇ ਉਹਨਾਂ ਨੇ ਲੱਭਿਆ ਵੀ 2016 ਤੋਂ ਲੈ ਕੇ 2022 ਤੱਕ ਜੀ ਜਿਹੜਾ ਹੈਗਾ ਨਾ ਉਹਨਾਂ ਦਾ ਇਨਕਮ ਤੇ ਉਹਨਾਂ ਦੇ ਖਰਚੇ ਤੇ ਪ੍ਰਾਪਰਟੀਆਂ ਉਹਦਾ ਸਾਰਾ ਹਿਸਾਬ ਕਿਤਾਬ ਲਿਆ ਤੇ ਉਹ ਜਿਹੜਾ ਨਾ 8 ਕਰੋੜ ਰੁਪਈਆ ਉਹਦਾ ਹਿਸਾਬ ਕਿਤਾਬ ਨਹੀਂ ਦੇ ਸਕੇ। ਕਹਿੰਦੇ ਨੇ ਕਿ 176.08% ਜ਼ਿਆਦਾ ਹੈ ਜੋ ਇਨਕਮ ਹੈ ਉਹਦੇ ਨਾਲ, ਤੇ ਉਹ ਜ਼ਿਆਦਾ ਆਇਆ ਕਿੱਥੋਂ? ਸੋ ਉਹ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਪਰ ਸੋਨੀ ਸਾਹਿਬ ਉਹਦਾ ਜਵਾਬ ਨਾ ਦੇ ਸਕੇ। ਜੀ ਜੀ। ਉਹਨਾਂ ਨੇ ਆਪਣੀ ਵਾਈਫ ਔਰ ਬੇਟਾ, ਵਾਈਫ ਦਾ ਨਾਮ ਹੈ ਸੁਮਨ ਸੋਨੀ ਔਰ ਬੇਟਾ ਰਾਘਵ ਸੋਨੀ, ਉਹਨਾਂ ਦੇ ਨਾਂ ਤੇ ਪਿਛਲੇ ਜਿਹੜੇ 2-3 ਸਾਲਾਂ ਚ ਜੀ ਪ੍ਰਾਪਰਟੀਆਂ ਲਈਆਂ। ਇੱਕ ਅੰਮ੍ਰਿਤਸਰ ਚ ਬਹੁਤ ਵਧੀਆ ਹੋਟਲ ਵੀ ਹੈ। ਅੱਛਾ। ਜਦੋਂ ਗਏ ਅਗਲੀ ਵਾਰੀ ਉਦੋਂ ਮੈਂ ਪੁੱਛਣਾ ਹੈ, ਜਾ ਕੇ ਤਾਂ ਨਹੀਂ ਆਏ, ਰਹਿ ਕੇ ਆਵਾਂਗੇ। ਅੱਜ ਤਾਂ ਲੈਂਡ ਹੋਣੀ ਨਹੀਂ ਫਲਾਈਟ, ਅਗਲੀ ਵਾਰ ਚਲਾਂਗੇ ਭਾਜੀ, ਅੰਮ੍ਰਿਤਸਰ ਵੀ ਪਹੁੰਚ ਕੇ ਉਹ ਜ਼ਰੂਰ ਰਹਿ ਕੇ ਆਵਾਂਗੇ। ਸੋ ਲੱਗਦਾ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਹੁਣ ਤਾਂ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੈ। ਸੋ ਹੁਣ ਜੇ ਆਪਾਂ ਦੇਖਦੇ ਆ ਨਾ, ਮੈਜੋਰਟੀ ਜਿਹੜੇ ਕਾਂਗਰਸੀ ਜਿਆਦੇ ਫੜੇ ਆ ਜੀ, ਹੌਲੀ ਮੈਨੂੰ ਲੱਗਦਾ ਜੀ ਬਈ 5 ਸਾਲ ਹਲੇ ਤਾਂ ਉਹ 5 ਸਾਲਾਂ ਚ ਤੁਰੇ ਫਿਰਦੇ ਆ ਨਾ, ਵੀ ਜਿਹੜੇ ਪਿਛਲੇ 5 ਸਾਲ ਸੀ ਉਹਨਾਂ ਦੀਆਂ ਹੀ ਪੇਪਰ ਤੇ ਹੋਰ ਵਗੈਰਾ ਚੈੱਕ ਕਰ ਰਹੇ ਆ। ਹੁਣ ਜਦੋਂ 5 ਸਾਲਾਂ ਤੋਂ ਗਾਹ ਲੰਘ ਗਏ, ਮੈਨੂੰ ਲੱਗਦਾ ਉਦੋਂ ਅਕਾਲੀਆਂ ਦੀਆਂ ਵਾਰੀਆਂ ਆਉਣ ਲੱਗ ਜੀ। ਬਿਲਕੁਲ ਨਹੀਂ, ਵਾਰੀ ਮੈਨੂੰ ਲੱਗਦਾ ਇਕੱਠੇ ਹੀ ਹੋ ਜਾਣੀ ਹੈ ਭਾਜੀ, ਛੇਤੀ ਹੋ ਜਾਣਾ ਕੰਮ, ਕਿਉਂਕਿ ਟਾਈਮ ਹੈ ਨਹੀਂ। ਜਿਵੇਂ ਆਮ ਆਦਮੀ ਪਾਰਟੀ ਕਹਿੰਦੇ, ਜਿਵੇਂ ਮਾਨ ਸਾਹਿਬ ਕਹਿੰਦੇ ਨੇ, ਸੋ ਜਿਹੜੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਮੈਨੂੰ ਲੱਗਦਾ ਛੇਤੀ ਹੋ। ਉਧਰ ਕੈਪਟਨ ਸਾਹਿਬ ਕਹਿੰਦੇ ਵੀ ਉਹ ਤਾਂ ਬਿਨਾਂ ਜੋਕਰਾਂ ਤੋਂ, ਉਹ ਤਾਂ ਜੋਕਰ ਹੀ ਆ ਭਗਵੰਤ ਮਾਨ, ਤਾਂ ਉਹਨੂੰ ਤਾਂ ਪਤਾ ਹੀ ਨਹੀਂ ਕੁਝ। ਦੇਖੋ ਜੀ, ਜੋਕਰ ਇੱਕ ਐਸੀ ਉਹ ਹੁੰਦੀ, ਤਾਸ਼ ਦਾ ਪੱਤਾ ਹੁੰਦਾ ਨਾ ਜੀ, ਜਦੋਂ ਕੋਈ ਪੱਤਾ ਸਾਡਾ ਗੁੰਮ ਜਾਂਦਾ ਜਾਂ ਕੁਛ, ਅਸੀਂ ਉਹਨੂੰ ਨਾਲ ਲਾ ਲੈਂਦੇ ਹੁੰਦੇ, ਤਾਂ ਕਿਤੇ ਵੀ ਫਿੱਟ ਹੋ ਜਾਂਦਾ ਹੁੰਦਾ ਕਈ ਵਾਰ। ਤਾਂ ਉਹਨਾਂ ਦੇ ਹੀ ਫਿੱਟ ਹੋ ਕੇ ਉਹਨੇ ਕਈ ਕੇਸਿਸ ਕਰ ਦੇਣੇ ਨੇ, ਉਹ ਦਿਖਾ ਦੂਗਾ ਫਿਰ ਜੋਕਰ ਕੌਣ। ਮੈਨੂੰ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਉਹਨੂੰ ਐਕਚੁਅਲੀ ਆਪਾਂ ਗੱਲ ਤਾਂ ਓਪੀ ਸੋਨੀ ਦੀ ਕਰਦੇ ਸੀ, ਮੈਂ ਮੈਥੋਂ ਰਿਹਾ ਨਹੀਂ ਗਿਆ, ਮੈਂ ਵਿੱਚ ਉਹ ਐਡ ਕਰਤਾ। ਉਹਦਾ ਰੀਜ਼ਨ ਇਹ ਆ ਬਿਕੋਜ਼ ਕੈਪਟਨ ਸਾਹਿਬ ਦੀ ਮੈਂ ਇੱਕ ਇੰਟਰਵਿਊ ਸੁਣਦਾ ਸੀ ਤੇ ਪੱਤਰਕਾਰ ਦਾ ਜੀ, ਉਹ ਕਹਿੰਦੇ ਜੀ ਉਹਨੂੰ ਤਾਂ ਕੋਈ ਪਤਾ ਹੀ ਨਹੀਂ, ਉਹਨੂੰ ਕਾਨੂੰਨ ਦਾ ਨਹੀਂ ਪਤਾ। ਉਹਨੂੰ ਸਵਾਲ ਕਰਦੇ ਸੀ ਉਹ ਜਿਹੜਾ ਗੈਂਗਸਟਰ ਦੀ 5 ਲੱਖ ਵਾਲੀ 55 ਲੱਖ ਵਾਲੀ ਜਿਹੜੀ ਗੱਲ ਸੀਗੀ, ਉਹਨੂੰ ਤਾਂ ਪਤਾ ਨਹੀਂ ਜੀ, ਉਹਨੂੰ ਜਿਹੜੀ ਗਵਰਨਮੈਂਟ ਚਲਾਉਣੀ ਨਹੀਂ ਆਉਂਦੀ।
ਤੇ ਗਵਰਨਮੈਂਟ ਚਲਾਉਣੀ ਨਹੀਂ ਆਉਂਦੀ, ਉਹ ਤੁਹਾਨੂੰ ਤੁਹਾਡੇ ਬੰਦਿਆਂ ਨੂੰ ਤਾਂ ਫੜ ਕੇ ਅੰਦਰ ਕਰੀ ਜਾਂਦੇ ਹੋ। ਸਹੀ ਗੱਲ ਨਾ, ਜਿੰਨਾ ਕਹੋਗੇ ਤੇ ਉਹ ਉਹਨਾਂ ਫਿਰ ਚਲਾ ਕੇ ਦਿਖਾਊਗਾ, ਜਾਂ ਹੁਣ ਹੀ ਜਿੰਨਾ ਚੜਾਉਂਗੇ ਚੜ ਕੇ ਹੋਰ ਕੰਮ ਕਰੂਗਾ। ਵੀ ਦੇਖੋ ਗਵਰਨਮੈਂਟ, ਉਹ ਮਾਨ ਸਾਹਿਬ ਕਹਿੰਦੇ ਆ ਵੀ ਇਹਨਾਂ ਨੂੰ ਨਹੀਂ ਗਵਰਨਮੈਂਟ ਚਲਾਉਣੀ ਆਉਂਦੀ, ਜੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਜੇਲ੍ਹ ਚ ਕੌਣ, ਤੇ ਉਹ ਕੈਪਟਨ ਸਾਹਿਬ ਤਾਂ ਕਹਿੰਦੇ ਵੀ ਮੈਂ ਤਾਂ ਉਹਨੂੰ ਜਾਣਦਾ ਹੀ ਨਹੀਂਗਾ, ਤੇ ਉਹ ਕੈਪਟਨ ਮਾਨ ਸਾਹਿਬ ਕਹਿੰਦੇ ਆ ਵੀ ਤੁਸੀਂ ਆਪਦੇ ਬੇਟੇ ਨਾਲ ਗੱਲ ਕਰੋ। ਜੀ ਜੀ ਜੀ। ਤਾਂ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਆਉਂਦੀ, ਕਿਉਂਕਿ ਇਨਵੈਸਟੀਗੇਸ਼ਨ ਜਿਵੇਂ ਮੈਂ ਕਿਹਾ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ। ਸੋ ਕੱਲ੍ਹ ਜਾਂ ਪਰਸੋਂ ਤੱਕ ਮੈਨੂੰ ਲੱਗਦਾ ਹੋਰ ਕਈ ਚੀਜ਼ਾਂ ਦੇਖੋ ਇਹਨਾਂ ਨੂੰ ਅੰਦਰ ਰੱਖਣਗੇ। ਧਰਮ ਸੋਧ ਦੀ ਗੱਲ ਕਰਦੇ ਹਾਂ ਜੇ ਆਪਾਂ, ਉਹ ਹਲੇ ਅੰਦਰ ਹੀ ਦੁਬਾਰਾ ਫੇਰ ਇੱਕ ਹੋਰ ਕਿਸੇ ਕੇਸ ਚ ਅੰਦਰ ਆ ਹੁਣ। ਜੀ 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 ਬਿਲਕੁਲ ਜੀ। ਤਾਂ ਦੇਖਦੇ ਹਾਂ ਕੀ ਹੁੰਦਾ। ਤੇ ਹੁਣ ਮੈਨੂੰ ਲੱਗਦਾ ਭਾਈ ਸਮਾਂ ਹੋ ਗਿਆ ਵਾਪਸ ਜਾਣ ਦਾ। ਵਾਪਸ ਚੱਲੀਏ। ਹਵਾ ਚ ਨਾ ਉਤਰੀ ਅੱਜ? ਨਹੀਂ, ਅੱਜ ਚਲੋ ਠੀਕ, ਬਹੁਤ ਬੁਰਾ ਹਾਲ ਹੈ, ਲਾਈਟ ਵੀ ਹੈ ਨਹੀਂ। ਤੇਲ ਤੂੰ ਰਾਹ ਚ ਪਵਾ ਲਾਂਗੇ, ਹੋਰ ਕਿਤੇ ਦੇਖ ਲੈਂਦੇ ਆ, ਜਰਮਨੀ ਤੋਂ ਪਵਾ ਲਾਂਗੇ। ਚਲੋ ਠੀਕ ਆ, ਠੀਕ ਹੈ ਭਾਈ, ਚਲੀਏ ਫਿਰ। ਜਾਂਦੇ ਜਾਂਦੇ ਇੱਕ ਸ਼ੇਰ ਹੋਰ ਸੁਣਾ ਦਈਏ। ਇਰਸ਼ਾਦ ਭਾਜੀ। ਭਾਵੇਂ ਸੁਬਾਹ ਤੋਂ ਪੁੱਛੋ ਤੇ ਭਾਵੇਂ ਸ਼ਾਮ ਤੋਂ, ਭਾਵੇਂ ਸੁਬਾਹ ਤੋਂ ਪੁੱਛੋ ਭਾਵੇਂ ਸ਼ਾਮ ਤੋਂ, ਮੇਰਾ ਦਿਨ ਸ਼ੁਰੂ ਹੁੰਦਾ ਹੈ ਬਸ ਤੇਰੇ ਨਾਮ ਤੋਂ। ਨਾਮ ਦਾ ਕੋਈ ਚੱਕਰ ਹੈ ਭਾਜੀ? ਅੱਜ ਨਾਮ ਦਾ ਕੋਈ ਚੱਕਰ ਹੈ? ਅੱਜ ਕੋਲੇ ਬੈਠੇ ਆ ਨਾ, ਪਹਿਲਾਂ ਵੀ ਨਾ, ਇਹ ਤਾਂ ਸਿਰਫ ਕਹਿੰਦੇ ਨਾ, ਇਹ ਤਾਂ ਸਿਰਫ ਨਾਮ ਦਾ ਹੀ ਬੰਦਾ। ਇਹ ਵੀ ਚੀਜ਼ ਨਾਂ ਦੀ ਹੋਈ ਹੈ। ਇਹ ਤਾਂ ਜਿਹੜਾ ਤੁਹਾਡਾ ਪਹੁੰਚ ਰਿਹਾ ਨਾ, ਜਿਨ੍ਹਾਂ ਨੂੰ ਵੀ ਇਹ ਸ਼ੇਰ ਪੜ੍ਹਦੇ ਨੇ, ਉਹ ਆਪਣਾ ਨਾਮ ਨੂੰ ਭੇਜੋ ਸਾਨੂੰ ਕਮੈਂਟ ਦੇ ਵਿੱਚ, ਤਾਂ ਕਿ ਅਸੀਂ ਵੀ ਦੱਸਣ ਜੋਗੇ ਹੋਈ। ਨਹੀਂ, ਪਰ ਬਹੁਤ ਵਧੀਆ ਰਿਹਾ ਭਾਜੀ, ਥੈਂਕ ਯੂ ਸੋ ਮਚ ਜੀ। ਅੱਜ ਵਾਪਸ ਆ ਗਏ, ਹੁਣ ਵਾਪਸ ਆ ਗਏ, ਪਹੁੰਚ ਗਏ। ਚਲੋ ਥੈਂਕ ਯੂ, ਬਹੁਤ ਵਧੀਆ, ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ। ਕੱਲ ਨੂੰ ਫੇਰ ਪਾਵਾਂਗੇ ਜੀ ਸਾਥ। ਹਾਂ, ਮੇਰਾ ਖਿਆਲ 2-3 ਦਿਨ ਤਾਂ ਰੱਖੋਗੇ ਤੁਸੀਂ। ਨਹੀਂ ਸਰ ਬਿਲਕੁਲ।